ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਰਹ ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਵਾਹਿਗੁਰੂ ਜੀ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨ ਸਹੈ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨ ਸਹੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਾ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਰਹਿਣ ਦੇ ਰੂਪ ਵਿੱਚ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਇਆ। ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ।
ਇਹਦੇ ਨਾਲ ਹੀ ਨਾਲ ਅੱਜ ਚूँकि ਸਾਡੀ ਵਿਚਾਰਧਾਰਾ 'ਚ ਜੋ ਸਮੇਂ ਦੀਆਂ ਪਾਬੰਦੀਆਂ ਦੇ ਨਿਯਮਾਂ ਮੁਤਾਬਕ ਮਹੀਨਿਆਂ ਦਾ ਸਿਲਸਿਲਾ ਬਣਿਆ, ਉਹਦੇ ਮੁਤਾਬਕ ਅੱਜ ਕੱਤਕ ਦੇ ਮਹੀਨੇ ਦੀ ਆਰੰਭਤਾ ਹੈ। ਇਹ ਵੀ ਸ਼ੁਕਰਾਨਾ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੇ ਪਿਛਲਾ ਮਹੀਨਾ ਆਪਣੇ ਪਿਆਰ ਅਤੇ ਭਾਣੇ ਦੇ ਵਿੱਚ ਸ਼ੁਕਰ ਕਰਦਿਆਂ ਗੁਜ਼ਰਵਾਇਆ ਹੈ, ਅੱਜ ਨਵੇਂ ਮਹੀਨੇ ਦੀ ਆਰੰਭਤਾ ਹੋਈ ਹੈ ਕੱਤਕ ਦੀ। ਕਿਰਪਾ ਕਰਨਾ, ਆਪਣੇ ਪਾਵਨ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨਾ। ਸਾਡਾ ਸੰਸਾਰਕ ਜੀਵਨ ਦਾ ਇੱਕ ਸੁਭਾਅ ਹੈ, ਸਾਨੂੰ ਸੁੱਖ ਚਾਹੀਦਾ ਹੁੰਦਾ ਹੈ, ਸੁੱਖਾਂ ਦਾ ਬਤੀਤ ਕਰਾਉਣਾ। ਔਰ ਇਸੇ ਭਾਵਾਂ ਨੂੰ ਲੈਂਦੇ ਹੋਏ ਅਸੀਂ ਗੁਰੂ ਦਰਬਾਰ ਜਾਣ ਬੈਠੇ ਹਾਂ ਕਿ ਪਾਤਸ਼ਾਹ ਕਿਰਪਾ ਕਰਨਾ, ਸੁਹੰਡਣਾ ਮਹੀਨਾ ਬਖਸ਼ਿਸ਼ ਕਰਨਾ। ਔਰ ਇਹ ਖਿਆਲ ਜਦੋਂ ਅਸੀਂ ਗੁਰਦੁਆਰ 'ਚ ਰੱਖਦੇ ਤੇ ਮਹਾਰਾਜ ਸਾਨੂੰ ਸਮਝਾਉਂਦੇ ਨੇ, ਮੱਤ ਦਿੰਦੇ ਨੇ, ਤਾਂ ਕਿ ਜੀਵਨ ਦੇ ਵਿੱਚ ਸੁੱਖ ਬਣੇ ਰਹਿ ਸਕਣ। ਹੁਣ ਤੱਕ ਅਸੀਂ ਜਿਤਨੇ ਵੀ ਬਚਨ ਮਹਾਰਾਜ ਦੇ ਵਾਚਦੇ ਹਾਂ, ਉਹਨਾਂ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਜੁਗਤ ਹੁੰਦੀ, ਇਸ ਤਰ੍ਹਾਂ ਕਰਿਆ ਕਰੋ ਭਾਈ, ਅਤੇ ਜਾਂ ਇਸ ਤਰ੍ਹਾਂ ਨਾ ਕਰਿਆ ਕਰੋ। ਅੱਜ ਮਹਾਰਾਜ ਨੇ ਬੜਾ ਅੰਮ੍ਰਿਤਮਈ ਪਾਵਨ ਬਚਨ ਔਰ ਵਿਸਤਾਰ ਸਹਿਤ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਕੀਤੇ। ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨਾ ਹੋਈ। ਇੱਕ ਰੂਪਕ ਹੈ ਕਿ ਭਾਵੇਂ ਅਸੀਂ ਚਾਰ ਯੁੱਗ ਫਿਰਦੇ ਭਟਕਦੇ ਰਹੀਏ, ਜਿੰਨਾ ਚਿਰ ਸਤਿਗੁਰੂ ਨਹੀਂ ਮਿਲਦੇ ਉਹਨਾਂ ਚਿਰ ਸਾਨੂੰ ਉਹ ਟਿਕਾਓ ਨਹੀਂ ਮਿਲਣਾ, ਆਨੰਦ ਨਹੀਂ ਮਿਲਣਾ ਜੋ ਇੱਕ ਸੁਹਾਗਣ ਦੇ ਕੋਲ ਹੁੰਦਾ ਹੈ। ਟਿਕਾਓ ਹੈ, ਘਰ ਹੈ, ਸਭ ਕੁਛ ਆਪਣਾ ਹੈ ਉਹਦਾ। ਅਤੇ ਜਿੰਨਾ ਚਿਰ ਗੁਰਦੇਵ ਨਹੀਂ ਮਿਲਦੇ ਉਹਨਾਂ ਚਿਰ ਸਾਨੂੰ ਵੀ ਆਨੰਦ, ਟਿਕਾਓ, ਇਹ ਠਹਿਰਾਓ ਆਪਣਾ ਘਰ ਨਸੀਬ ਨਹੀਂ ਹੁੰਦਾ। ਭਟਕਦੇ ਰਹਾਂਗੇ ਕਿੰਨਾ ਚਿਰ ਜੀ, ਭਾਵੇਂ ਚਾਰ ਯੁੱਗ ਭਟਕਦੇ ਰਹੇ। ਅਤੇ ਇਹਦਾ ਮਤਲਬ ਹੈ ਸਾਨੂੰ ਗੁਰੂ ਪ੍ਰਾਪਤ ਕਰਨਾ ਪੈਣਾ, ਗੁਰੂ ਚਰਣਾ ਚਾਹੀਏ। ਯਾਦ ਰੱਖਣਾ, ਗੁਰੂ ਦੇ ਨਿਕਟ ਰਹਿਣਾ ਅਤੇ ਪ੍ਰਾਪਤ ਕਰਨਾ ਥੋੜ੍ਹਾ ਫਰਕ ਹੋ ਜਾਂਦਾ। ਅਸਾਂ 'ਚੋਂ ਬਹੁਤੇ ਜੀ ਨੇੜੇ ਰਹਿੰਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਲਿਖਦੇ ਹਾਂ, ਪਰ ਪ੍ਰਾਪਤੀਆਂ ਸਾਡੀਆਂ ਫਿਰ ਵੀ ਘੱਟ ਨੇ। ਯਤਨ ਕਰ ਸਕੀਏ ਅਪ੍ਰਾਪਤੀਆਂ ਹੋ ਸਕਣ, ਅਤੇ ਪ੍ਰਾਪਤੀਆਂ ਜਿਹੜੀਆਂ ਹੁੰਦੀਆਂ ਨਾ ਉਹ ਕਰਮਾਂ ਕਰਕੇ ਹੁੰਦੀਆਂ। ਕਰਮ ਦਾ ਦੂਜਾ ਇੱਕ ਰੂਪ ਹੁੰਦਾ ਮਸ਼ੱਕਤ, ਕਿਰਿਆ ਕਰੋ, ਮਿਹਨਤ ਕਰੋ, ਕਰਮ ਕਰੋ। ਅੱਜ ਇਸੇ ਰੂਪ ਦੇ ਵਿੱਚ ਮਹਾਰਾਜ ਨੇ ਸਾਡੇ ਨਾਲ ਵਿਆਖਿਆ ਕੀਤੀ ਹੈ, ਜਿਸ ਨੂੰ ਅਸੀਂ ਮਹੀਨੇ ਦਾ ਵਿਚਾਰ ਕਹਿੰਦੇ ਹਾਂ। ਦਰਅਸਲ ਇਹ ਵੀ ਸਾਡੇ ਜੀਵਨ ਦਾ ਇੱਕ ਫਲਸਫਾ ਹੈ। ਜੇ ਸਮਝ ਸਕੀਏ ਤਾਂ 12 ਮਹੀਨਿਆਂ ਦੇ ਵਿੱਚ ਮਹਾਰਾਜ ਨੇ 12 ਪੌੜੀਆਂ ਸਾਡੇ ਵਾਸਤੇ ਉਚਾਰਨ ਕੀਤੀਆਂ। ਅਸੀਂ ਮਹੀਨੇ ਦੀ ਪੌੜੀ ਨੂੰ ਮਹੀਨੇ ਤੱਕ ਸੀਮਿਤ ਰੱਖ ਲਿਆ। ਸਮਝ ਲਾਂ ਭਾਈ, ਇਹ 12 ਸਟੈਪ ਨੇ, 12 ਵਿਚਾਰ ਨੇ। ਜੇ ਅਸੀਂ ਇਹਨਾਂ 12 ਵਿਚਾਰਾਂ ਦੇ ਮੁਤਾਬਕ ਧਾਰਨੀ ਹੋ ਸਕੀਏ ਤਾਂ ਸਾਰੀ ਜ਼ਿੰਦਗੀ ਸਫਲ ਹੋ ਸਕੀਦਾ ਹੈ। ਇਹ ਸਾਰੇ ਜੀਵਨ ਦਾ ਮਸਲਾ ਹੈ। ਇਸ ਕਰਕੇ ਜਦੋਂ ਵੀ ਪੌੜੀ ਦੇ ਅੰਦਰਲੇ ਕਿਸੇ ਵਿਚਾਰ ਨੂੰ ਪੜ੍ਹਨਾ, ਸੁਣਨਾ, ਵਾਚਣਾ, ਟੀਕਾਕਾਰੀ ਅਤੇ ਆਖਰੀ ਅਰਥਾਂ 'ਚ ਅਸੀਂ ਇਹੀ ਕਹਿੰਦੇ ਹਾਂ, ਦੇਖੋ ਜੀ ਇਸ ਮਹੀਨੇ ਦੇ ਵਿੱਚ ਮਹਾਰਾਜ ਨੇ ਆਹ ਉਪਦੇਸ਼ ਕੀਤਾ, ਅਤੇ ਕਿਤੇ ਇਸ ਨੂੰ ਸਮਝ ਸਕੀ ਜੀਵਨ ਦੇ ਵਿੱਚ ਉਪਦੇਸ਼ ਹੈ। ਇਹ ਕੇਵਲ ਇੱਕ 2-3 ਦਿਨ ਦਾ ਵਾਸਤੇ, ਮਹੀਨੇ ਵਾਸਤੇ ਨਹੀਂ ਆ, ਇਹ ਜੀਵਨ, ਸੰਪੂਰਨ ਜੀਵਨ ਵਾਸਤੇ ਉਪਦੇਸ਼ ਹੈ। ਜਿਵੇਂ ਅੱਜ ਦਾ ਉਪਦੇਸ਼ ਵੀ ਕੱਤਕ ਦੇ ਨਾਂ ਲੈ ਕੇ ਮਹਾਰਾਜ ਨੇ ਜੀਵਨ ਦਾ ਉਪਦੇਸ਼ ਦਿੱਤਾ, ਕਿਉਂਕਿ ਜੀਵਨ ਦੇ ਪ੍ਰਯੰਤ ਪੂਰੇ ਜੀਵਨ ਦੇ ਵਿੱਚ ਹੀ ਸਾਡੇ ਕੋਲ ਦੁੱਖ ਅਤੇ ਸੁੱਖ ਨੇ, ਅਤੇ ਮਹਾਰਾਜ ਨੇ ਸਾਡੇ ਇਹਨਾਂ ਸਾਰੇ ਜੀਵਨ ਦੇ ਦੁੱਖਾਂ ਸੁੱਖਾਂ ਦਾ ਨਤੀਜਾ ਦਿੱਤਾ ਹੈ, ਕਿਉਂ ਹੁੰਦੇ ਨੇ। ਅੱਜ ਮਹਾਰਾਜ ਕਹਿੰਦੇ, ਕੱਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਅਸੀਂ ਕੱਤਕ 'ਚ ਕਰਮ ਕਰਨੇ, ਭਾਵ ਜੀਵਨ ਦੇ ਵਿੱਚ ਜਿਤਨੇ ਵੀ ਅਸੀਂ ਕਰਮ ਕਰਦੇ ਹਾਂ ਉਹਨਾਂ ਦੇ ਨਤੀਜੇ ਸਾਨੂੰ ਪ੍ਰਾਪਤ ਹੋਣੇ ਨੇ।
ਦਾਰਸ਼ਨਿਕ ਲੋਕਾਂ ਦੇ ਵਿੱਚੋਂ ਖਾਸ ਕਰਕੇ ਸਾਡੇ ਬਹੁਤ ਉੱਘੇ ਵਿਦਵਾਨ ਜਿਨ੍ਹਾਂ ਦੇ ਨਾਮ 'ਤੇ ਅਸੀਂ ਫਖਰ ਕਰਦੇ ਹਾਂ, ਗੁਰਮਤਿ ਫਿਲਾਸਫੀ 'ਚ ਡਾਕਟਰ ਤਾਰਨ ਸਿੰਘ ਜੀ, ਉਹ ਕਹਿੰਦੇ ਨੇ ਜੀਵਨ ਦੇ ਵਿੱਚ ਦੋ ਚੀਜ਼ਾਂ ਸਾਨੂੰ ਸਦੀਵ ਕਾਲ ਲਈ ਪ੍ਰਾਪਤ ਹੁੰਦੀਆਂ ਨੇ, ਕੁਦਰਤ ਨੇ ਦਿੱਤੀਆਂ ਨੇ। ਸੁਤੰਤਰਤਾ, ਹਰ ਜੀ ਆਜ਼ਾਦੀ ਲੋੜਦਾ ਹੈ, ਹਰ ਜੀ ਆਜ਼ਾਦ ਹੋਣਾ ਚਾਹੁੰਦਾ ਹੈ। ਹੁਣ ਇਹ ਗੱਲ ਅਲੱਗ ਹੈ ਕਿ ਕਿਤੋਂ ਕਿਤੋਂ ਆਜ਼ਾਦ ਹੋਣਾ ਚਾਹੁੰਦੇ ਹੋ। ਉਹ ਜਿਤਨੇ ਕਿਸ ਨੂੰ ਮਤ ਬੁੱਧ ਸਮਝ ਆ ਜਾਂਦੀ ਹੈ, ਉਹਦੀ ਆਜ਼ਾਦੀ ਦਾ ਦਾਇਰਾ ਉਹੋ ਜਿਹਾ ਬਣ ਜਾਂਦਾ ਹੈ। ਕਿਉਂਕਿ ਅਸੀਂ ਇੱਥੇ ਆਪਣੇ ਜੀਵਨ ਦੀ ਗੱਲ ਕਰਦੇ ਹਾਂ ਅਤੇ ਕਿਤੋਂ ਆਜ਼ਾਦ ਹੋਵਾਂਗੇ? ਸਾਡੇ ਉੱਤੇ ਜੋ ਪਏ ਹੋਏ ਕਰਮਾਂ ਦੇ, ਸਾਡੇ ਉੱਤੇ ਪਏ ਹੋਏ ਜੇ ਸਾਡੇ ਮਾਇਆਵੀ ਪ੍ਰਭਾਵ ਨੇ, ਅਸੀਂ ਉਹਨਾਂ ਤੋਂ ਚੱਕਰਾਂ ਤੋਂ ਆਜ਼ਾਦ ਹੋਣਾ ਚਾਹੁੰਦੇ ਹਾਂ, ਜਿਨ੍ਹਾਂ ਨੂੰ ਅਸੀਂ ਮੁਕਤੀ ਕਹੀ ਨੇ। ਅੱਗੇ ਜਾ ਕੇ ਜ਼ਿਕਰ ਨਾ, ਸਾਹਿਬ ਬੰਦੀ ਮੋਚ, ਹੇ ਮੇਰੇ ਸੱਚੇ ਸਾਹਿਬ, ਮੈਨੂੰ ਬੰਦੀ ਖਾਨੇ ਤੋਂ ਛੁਡਾ ਲਓ ਨਾ। ਜਿਵੇਂ ਕੋਈ ਬੰਦਾ ਜੇਲ੍ਹ 'ਚ ਪਿਆ ਹੋਵੇ ਅਤੇ ਉਹ ਅਪੀਲ ਕਰਦਾ ਨਾ, ਮੈਨੂੰ ਛੁਡਾ ਲਓ ਨਾ। ਆ ਕਦੇ ਕਦੇ ਸੀ ਘਰ ਪਰਿਵਾਰਾਂ 'ਚ ਇਹੋ ਜਿਹੇ ਕਠਿਨ ਦੌਰ ਕਈਆਂ ਪਰਿਵਾਰਾਂ 'ਤੇ ਆਉਂਦੇ ਨੇ, ਅਤੇ ਜਦੋਂ ਆਪਣੇ ਕਿਸੇ ਮਿੱਤਰ ਨੂੰ, ਪਿਆਰੇ ਨੂੰ, ਪਰਿਵਾਰ ਦਾ ਜੋ ਕਿਸੇ ਕਾਰਨਾਂ ਕਰਕੇ ਇਹਨਾਂ ਜੇਲ੍ਹਾਂ ਦੇ ਵਿੱਚ ਹੁੰਦਾ ਹੈ, ਤਾਂ ਮਿਲਣ ਜਾਂਦੇ ਨੇ ਅਤੇ ਫਿਰ ਕਹਿੰਦਾ ਨਾ, ਭਾਈ ਕੁਛ ਕਰੋ, ਮੈਨੂੰ ਬਾਹਰ ਕੱਢੋ, ਕੁਛ ਹੀਲਾ ਹਵਾਲਾ ਕਰੋ, ਖਰਚਾ ਕਰੋ, ਕੋਈ ਕਰ ਸਕਦੇ ਹੋ, ਤੁਸੀਂ ਤਾਂ ਬਾਹਰ ਹੋ, ਕੁਛ ਕਰੋ, ਮੈਨੂੰ ਇਸ ਜੇਲ੍ਹ 'ਚੋਂ ਬਾਹਰ ਕੱਢੋ। ਕਿਉਂਕਿ ਉਸ ਨੂੰ ਦਾ ਦੁੱਖ ਸਮਝ ਆ ਗਿਆ, ਉਸ ਨੂੰ ਉਸ ਜੇਲ੍ਹ ਦੇ ਦੁੱਖ ਨੂੰ ਹੰਢਾ ਲਿਆ, ਅਤੇ ਉਸ ਨੂੰ ਪਤਾ ਲੱਗ ਗਿਆ ਵੀ ਜੇਲ੍ਹ ਇੱਕ ਦੁੱਖ ਹੈ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕਰਮਾਂ ਦਾ ਅਤੇ ਮਾਇਆ ਦੇ ਪ੍ਰਭਾਵਾਂ ਦੀ ਇੱਕ ਜੇਲ੍ਹ ਹੈ। ਜਿਨ੍ਹਾਂ ਨੂੰ ਸਮਝ ਆ ਗਈ ਉਹ ਕਹਿਣ ਲੱਗ ਪੈਂਦੇ, ਮਹਾਰਾਜ ਮੁਕਤੀ ਦਾ ਦਾਨ ਦਿਓ, ਅਬ ਕੀ ਬਾਰ ਬਖਸ਼ ਬੰਦੇ ਕੋ, ਸੱਚੇ ਪਾਤਸ਼ਾਹ ਕਿਰਪਾ ਕਰ, ਇਸ ਸੰਸਾਰ ਦੇ ਕਰਮਾਂ ਧਰਮਾਂ ਦੇ ਚੱਕਰਾਂ ਤੋਂ ਮੁਕਤ ਕਰ। ਉਹ ਅਰਦਾਸਾਂ ਕਰਨ, ਉਹਨਾਂ ਨੂੰ ਅਸੀਂ ਗੁਰਮੁਖ ਕਹਿੰਦੇ ਹਾਂ, ਭਗਤ ਕਹਿੰਦੇ ਹਾਂ, ਜਿਗਿਆਸੂ ਕਹਿੰਦੇ ਹਾਂ। ਜਿਹੜੇ ਮੁਕਤ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਆਪਾਂ ਸੰਤ ਕਹਿੰਦੇ ਹਾਂ, ਗੁਰੂ ਮੁਕਤ ਕਰਾਉਂਦੇ ਨੇ। ਇਸੇ ਕਰਕੇ ਗੁਰੂ ਸਾਹਿਬ ਜੀ ਨੂੰ ਮੁਕਤੀ ਦਾ ਦਾਤਾ ਕਿਹਾ ਜਾਂਦਾ ਹੈ। ਆ ਦਿਨ ਜੋ ਸਾਡੇ ਗੁਜ਼ਰ ਰਹੇ ਨੇ, ਸਾਡੇ ਸਤਿਗੁਰੂ ਦਾ ਇੱਕ ਸਰੂਪ ਵੀ ਪ੍ਰਗਟ ਹੋਇਆ ਨਾ ਇਹਨਾਂ ਦਿਨਾਂ 'ਚ, ਬੰਦੀ ਛੋੜ। ਛੇਵੇਂ ਪਾਤਸ਼ਾਹ ਸਾਹਿਬ ਜੀ ਦਾ ਇੱਕ ਪਾਵਨ ਸਰੂਪ ਇਹਨਾਂ ਦਿਨਾਂ ਵਿੱਚ ਪ੍ਰਗਟ ਹੁੰਦਾ ਨਾ। ਅਸੀਂ ਆਮ ਤੌਰ 'ਤੇ ਗਾਹੇ ਬਗਾਹੇ ਇਹਨਾਂ ਦੇ ਦੀਵਾਨ ਹਾਜ਼ਰੀਆਂ ਭਰਦੇ ਹਾਂ। ਬੰਦੀ ਛੋੜ ਦਿਵਸ, ਆ ਦੀਵਾਲੀ ਨੂੰ ਹੁਣ ਅਸੀਂ ਬੰਦੀ ਛੋੜ ਦਿਵਸ ਕਹਿੰਦੇ ਹਾਂ। ਅਤੇ ਆਪਾਂ ਨੂੰ ਪਤਾ ਹੈ ਅੱਜ ਜੋ ਮੱਸਿਆ ਗੁਜ਼ਰੀ ਅਤੇ ਇੱਕ ਪੂਰਾ ਮਹੀਨਾ ਭਰ ਇਸ ਤਰ੍ਹਾਂ ਸਿਲਸਿਲਾ ਚੱਲਦਾ ਹੈ। ਗਵਾਲੀਅਰ ਦੇ ਕਿਲ੍ਹੇ 'ਚ ਮੱਸਿਆ ਤੋਂ ਮੱਸਿਆ ਤੱਕ ਅੱਜ ਜੋ ਮੱਸਿਆ ਦੀਵਾਲੀ ਦੀ ਆਉਣੀ ਆ, ਜਿੱਥੇ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਸੰਗਤ ਬੰਦੀ ਛੋੜ ਦਿਵਸ ਮਨਾਉਂਦੀ ਹੈ। ਇਸ ਤੋਂ ਪਿਛਲੀ ਮੱਸਿਆ ਜੋ ਹੁੰਦੀ ਹੈ ਉੱਥੇ ਗਵਾਲੀਅਰ ਵਿਖੇ ਬੰਦੀ ਛੋੜ ਦਿਵਸ ਲੋਕ ਉੱਥੇ ਮਨਾਉਂਦੇ ਨੇ। ਪਿਆਰੇ ਮਨਾਓ ਤਾਂ ਉਹਨਾਂ ਦੀ ਕਿ ਮਹਾਰਾਜ ਉੱਥੋਂ ਉਦੋਂ ਰਿਹਾ ਹੋਏ, ਬਾਹਰ ਆਏ ਅਤੇ ਹੌਲੀ ਹੌਲੀ ਸਫ਼ਰ ਕਰਦੇ ਮਹੀਨੇ ਦੇ ਵਿੱਚ ਮਹਾਰਾਜ ਅੰਮ੍ਰਿਤਸਰ ਸਾਹਿਬ ਪਹੁੰਚੇ। ਤਾਰੀਖਾਂ ਦਾ ਕੁਝ ਮਤਭੇਦ ਅੱਗੇ ਪਿੱਛੇ ਹੋ ਸਕਦਾ, ਲੇਕਿਨ ਪਿਆਰੇ ਤਾਰੀਖਾਂ 'ਚ ਨਹੀਂ ਉਲਝਦੇ। ਪਿਆਰੇ ਉਸ ਵਿਚਾਰ ਨੂੰ, ਸੰਕਲਪ ਨੂੰ ਜਿਉਂਦੇ ਨੇ। ਤਾਰੀਖ ਲਿਖਣਾ ਇਤਿਹਾਸ ਦਾ ਇੱਕ ਵੱਖਰਾ ਅੰਗ ਹੁੰਦਾ ਹੈ, ਪਰ ਅਸੀਂ ਕੇਵਲ ਤਾਰੀਖਾਂ 'ਚ ਨਹੀਂ ਉਲਝਣਾ। ਅਸਾਂ ਤੇ ਉਸ ਕਲਾ ਨੂੰ, ਉਸ ਰਹੱਸ ਨੂੰ, ਉਸ ਦਾਤ ਨੂੰ ਜਿਉਣਾ ਹੈ ਜੋ ਗੁਰੂ ਨੇ ਸਾਨੂੰ ਦਿੱਤੀ ਹੈ। ਉਹ ਇੱਕ ਸਰੂਪ ਹੈ ਮੇਰੇ ਸਾਹਿਬ ਦਾ, ਬੰਦੀ ਛੋੜ। ਬੰਦੀ ਛੋੜ ਦਾ ਹੀ ਪੂਰਵ ਰੂਪ ਜੋ ਬਾਣੇ 'ਚ ਦਰਜ ਕੀਤਾ ਸੀ, ਬੰਦੀ ਮੋਚ, ਜੋ ਅੱਜ ਸ਼ਬਦ ਆਪਣੇ ਪਾਠ ਕਰਦੇ ਪੜ੍ਹੇ ਨਾ, ਸਾਹਿਬ ਬੰਦੀ ਮੋਚ। ਮੋਚ ਦਾ ਮਤਲਬ ਹੀ ਹੁੰਦਾ ਛੁਡਾਵਣਾ, ਮੁਕਤ ਕਰ ਦੇਣਾ, ਅਤੇ ਛੋੜ ਦਾ ਮਤਲਬ ਵੀ ਛੁਡਾ ਦੇਣਾ। ਹੇ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਬੰਦੇ ਤੋਂ ਖਲਾਸੀ ਕਰਾ ਦਿਓ, ਬੰਦ ਖਲਾਸ ਕਰ ਦਿਓ। ਕਿਉਂਕਿ ਗੁਰੂ ਸਾਹਿਬ ਜੀ ਤੁਹਾਡੇ ਬਾਬਤ ਮੈਂ ਪੜ੍ਹਿਆ ਹੈ, ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ। ਇਹ ਮੇਰੇ ਗੁਰਦੇਵ ਦੇ ਬਾਬਤ ਗੁਰਦੇਵ ਨੇ ਆਪ ਹੀ ਦੱਸਿਆ, ਕਿਉਂਕਿ ਆਪਣੇ ਬਾਬਤ ਸਭ ਤੋਂ ਬਿਹਤਰੀਨ ਗੱਲ ਆਪ ਦੱਸੀ ਜਾ ਸਕਦੀ ਹੈ। ਅਤੇ ਸਤਿਗੁਰੂ ਨੇ ਸਾਨੂੰ ਇਹੀ ਦੱਸਿਆ ਕਿ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ, ਹਰ ਹਰ ਨਾਮ ਜਪਾਵੇ। ਭਾਈ ਗੁਰੂ ਇਹ ਕਰਦਾ ਜੀ। ਅਤੇ ਅੱਜ ਅਸੀਂ ਬੇਨਤੀ ਕਰਦੇ, ਮਹਾਰਾਜ ਮੇਰੇ 'ਤੇ ਜੋ ਕਰਮਾਂ ਦਾ ਚੱਕਰ ਹੈ ਨਾ, ਕਰਮ ਚੱਕਰ ਜਿਹਨੂੰ ਫਿਲਾਸਫੀ 'ਚ ਕਹਿੰਦੇ ਨੇ,
इस तो मैनू मुक्त कर दिओ। नहीं तो की होंदा है, कर्म का प्रतिकर्म, हर कर्म का प्रतिकर्म होएगा तो कर्म के बदले कर्म, कर्म के बदले कर्म करते रहो। सारी जिंदगी नहीं, कई जन्म लग जाणगे कर्म प्रतिकर्म लेखा मुकना ही नहीं। दार्शनिक लोग कदे कदे मनते ने आ सिलसिला है ना सनातन विच 7 जन्म का, कदे कदे वडेरियां तो सुने 7 जन्म। सियाणे मनते ने कि जे 7 जन्म 100% कोई साफ सुथरे शुद्ध कर्म करे, 7 जन्म लगातार 100% ठीक शुद्ध कर्म करे, तद किते जाके कर्मां दा सिलसिला सुलझदा है। मुक्ति नहीं मिलती जे अजे समझ ते सुलझदा है। तो भाई की कोई दावा कर सकता है कि असीं 7 जन्म बिल्कुल 100% ठीक कर्म करांगे? वो साढ़े तो 7 घंटियां दा दावा नहीं हो सकता। साढ़े को कोई है दावा भी इत्थों आप उठ के बाहर जाना तो भाई ठीक ही करांगे, पता नहीं गलती दे नाल ही भुल दे नाल कुछ हो जाता है, मूँह कोई बोल कढ़ना कुछ बोलना कुछ होर हुंदा है, बोलिया कुछ होर जाता है, करना कुछ होर हुंदा, हो कुछ होर जाता है। नहीं तो सोच तो लेंदे ही है ना। इस करके कर्म फलसफा ना इस मुक्ति बड़ी कठिन है। अज महाराज ने सानू कि गुरु सन जुगत देंदे ने कर्म चक्र तो मुक्ति दी। इसे करके आरंभक बचन भी इसी ही पढ़ते ना, किरत कर्म के विछोड़े कर किरपा मिल हो राम। ये 3 नुकते समझ लियो साडे जीवन 12 माह दे राही बार बार प्रगट होंदे ने। किरत करते हैं असीं सारे, हुक्म है किरत करो भाई, किरत करनी हुक्म है। ते चेता रखना दुनियावी तौर पर असीं कह देने होंने आ भी किरत आपां बदल सकते हैं, ठीक है, समझ लगती असीं बदल सकते हैं, पर जदों थोड़ा जा गहरे उतरी दा ते पता लगता ने असीं अपनी मर्जी ना नहीं बदलते। इस दे पिछे भी एक हुक्मी कला वरत रही हुंदी है, जिन्हों दार्शनिक लोग संस्कार कहते ने। साडे पिछे बैकग्राउंड च संस्कार काम कर रहे हैं। उन्हां संस्कारां दा वधा होया जी किरत दा बदलाव लैंदा है। उन्हां संस्कारां दे वधे हुए जी किरत बदलते ने। मापे कोई होर काम करके रोज़गार कमा रहे हैं, बच्चे कुछ होर कर रहे हैं। और अज असीं गाहे बगाहे बहुत थावां ते देख रहे हैं, मापे खेतियां करते हैं, बच्चे व्यापार कर रहे हैं, मापे व्यापार करने बच्चे नौकरियां कर रहे हैं, जिन्हां दे मापिਆਂ नौकरियां कीतियां बच्चे व्यापार कर रहे हैं। ये सिलसिले बदल रहे हैं। हर बंदा नवें तो नवें प्रयोग कर रहा है, नवें तो नवें तरीके लभ रहे हैं। चंगा है, बुरा नहीं है, पर चेता रखना निरी साडी मर्जी नहीं है। मर्जी है काफ़ी हद तक होएगी भी सन लगता है, पर असीं कहने नहीं संपूर्ण मर्जी नहीं। पता क्यों? एक किरत बद्धी हुंदी है। नक नथ खसम हथ किरत धक्के दे। एक संस्कारां दा धक्का पैंदा है तो व्यक्ति उस किरत चों टर्न करके दूजी किरत प्रवेश कर जाता है। इनू किरत के बांधे भी कदे कदे असीं कह देने आ। किरत बदली जा सकती है, पर पिछे संस्कारां दा प्रभाव नाल रहिंदा है। दूजी गल है कर्म करना। याद रखना किरत करदियां होयां ही कर्म हुंदा है। आम तौर पर असीं किरत नूं कर्म कहते हैं, किरत कर्म इकट्ठा कर लैंदे आ। पर जदों असीं गुरु नानक दर्शन नूं गहराई नाल पढ़न की कोशिश करते हैं तो किरत करदियां होयां साडे तो कर्म चंगा हुंदा है जां कर्म मंदा हो जाता है। कोई काम कर दिओ, काम करदिआं गलती हो जाती ना कि कर्म मंदा हो गया, काम करदिआं ठीक तरह हो गया कर्म चंगा हो गया। कर्म करदिआं जिन समझण वास्ते असीं इंज कह लैने हुंदे आ, किसी भी काम नूं जो किरत है ईमानदारी नाल कीता जा सकता है तो मन विच खोट रख के भी काम किया जा सकता है। जिवें साडा कथा कीर्तन करना किरत है, बड़ी पवित्र है। शायद भाई साहब वीर सिंह की दृष्टि दे नाल देख सकी असीं लोग, तो इस तो बेहतर पवित्र किरत होर लभणी कठिन है। भी रोज़गार भी मिल रहा, रोज़ी भी मिल रही है, संगत भी मिल रही है, सब कुछ मिल रहा है, पर बावजूद इन्नी पवित्रता दे
ਇੱਥੇ ਖੋਟ ਰੱਖ ਕੇ ਹਿਰਦੇ ਵਿੱਚ ਵੀ ਤੇ ਕਿਰਤ ਕੀਤੀ ਜਾ ਸਕਦੀ ਹੈ ਨਾ। ਲੋਕ ਕਰਦੇ ਨੇ, ਮਨ ਵਿੱਚ ਖੋਟ ਹੁੰਦਾ ਹੈ ਤੇ ਕੀਰਤਨ ਹੁੰਦਾ ਹੈ। ਸੱਤਾ ਬਲਵੰਡਰ ਨੇ ਕੀਤਾ ਨਾ, ਮਨ ਵਿੱਚ ਗੁਰੂ ਦੇ ਪ੍ਰਤੀ ਭਾਵ ਕਿਹੋ ਜਿਹੇ ਰੱਖੇ ਤੇ ਉਤੋਂ ਕੀਰਤਨ ਵੀ ਕੀਤਾ। ਬੜੇ ਐਸੇ ਸਾਡੇ ਕੋਲ ਨਾਮ ਨੇ ਜਿਨ੍ਹਾਂ ਦੇ ਜਗਤ ਪ੍ਰਸਿੱਧ ਨਾਮ ਨੇ। ਚੰਗੀ ਕਿਰਤ ਕਰਦਿਆਂ ਹੋਇਆਂ ਵੀ ਕਰਮ ਮੰਦੇ ਹੋ ਸਕਦੇ ਨੇ। ਤੇ ਦੂਜੇ ਪਾਸੇ ਸਾਡੇ ਕੋਲ ਕੁਝ ਨਾਮ ਉਹ ਵੀ ਨੇ ਜਿਨ੍ਹਾਂ ਦੀ ਕਿਰਤ ਇੰਨੀ ਵਧੀਆ ਨਹੀਂ ਹੈ। ਅਸੀਂ ਉਹਨਾਂ ਕਿਰਤ ਵਾਲਿਆਂ ਦੇ ਮੁਹੱਲੇ 'ਚ ਵੀ ਨਹੀਂ ਛੇਤੀ ਜਾ ਕੇ ਰਾਜੀ ਹੁੰਦੇ, ਪਰ ਉਹਨਾਂ ਦੇ ਕਰਮ ਬੜੇ ਪ੍ਰਧਾਨ ਨੇ। ਬਾਬਾ ਸਦਨਾਂ ਦਾ ਨਾਮ ਲੈਂਦੇ ਹਾਂ ਨਾ ਆਪਾਂ, ਕਿਰਤ ਤੇ ਜੀ ਮਾਰਨ ਦੀ ਹੈ ਨਾ, ਕਸਾਈ ਹੈ। ਕਿਰਤ ਕਰਕੇ ਕਸਾਈ ਨੇ, ਪਰ ਕਰਮ ਕਰਕੇ ਕਿਤਨੇ ਪਵਿੱਤਰ ਨੇ। ਗੁਰੂ ਨਾਨਕ ਸਾਹਿਬ ਨੇ ਕੋਲ ਬਿਠਾਏ ਨੇ, ਅੱਜ ਮੱਥਾ ਟੇਕਦੇ ਹਾਂ ਅਸੀਂ। ਇੱਥੋਂ ਸਮਝ ਆਉਂਦੀ ਕਿ ਕਿਰਤ ਤੇ ਕਰਮ ਦਾ ਇਹ ਬਾਰੀਕ ਜਿਹਾ ਭੇਤ ਹੈ। ਕਿਰਤ ਨਜ਼ਰ ਆ ਰਹੀ ਹੈ, ਕਰਮ ਨਜ਼ਰ ਨਹੀਂ ਆ ਰਿਹਾ। ਕਿਰਤ ਸਾਹਮਣੇ ਨਜ਼ਰ ਆਉਂਦੀ, ਇਹ ਕਰਮ ਨਜ਼ਰ ਨਹੀਂ ਆਉਂਦਾ। ਔਰ ਇਹਨਾਂ ਕਿਰਤ ਤੇ ਕਰਮ ਦੇ ਸਦਕੇ ਹੀ ਵਿਛੋੜਾ ਤੋੜ ਵਿਛੋੜਾ, ਜੁੜਨਾ ਮਿਲਣਾ, ਸੰਸਾਰ ਦਾ ਜੋ ਕੁਝ ਹੈ, ਪਰਿਵਾਰਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ, ਵਪਾਰਕ ਤੌਰ 'ਤੇ ਵੀ ਤੇ ਰੂਹਾਨੀ ਮੰਡਲ 'ਤੇ ਵੀ, ਇਹ ਕਿਰਤਾਂ ਤੇ ਕਰਮ ਹੀ ਸਾਨੂੰ ਜੋੜਦੇ ਨੇ। ਕਿਰਤਾਂ ਤੇ ਕਰਮ ਹੀ ਸਾਨੂੰ ਵਿਛੋੜਦੇ ਨੇ। ਆ ਹੁਣੇ ਆਸਾ ਕੀ ਵਾਰ ਤੋਂ ਬਾਅਦ ਵਿੱਚ ਭਾਈ ਸਾਹਿਬ ਜੀ ਨੇ ਇੱਕ ਸ਼ਲੋਕ ਪੜ੍ਹਿਆ, ਅਕਸਰ ਪੜ੍ਹਦੇ ਹੁੰਦੇ ਨੇ, ਸਾਰੇ ਪੜ੍ਹਦੇ ਆ। ਜਿਨੀ ਨਾਮ ਧਿਆਇਆ ਪੜ੍ਹਦੇ ਨੇ ਸਾਰੇ। ਤੁਝ ਇੱਕ ਤੁਕ ਬੜੀ ਪਿਆਰੀ ਪੜ੍ਹਦੇ ਨਾ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਸਾਰੇ ਕਿਰਤ ਕਰ ਰਹੇ ਨੇ, ਸਾਰੇ ਕਰਮ ਕਰ ਰਹੇ ਨੇ, ਤੇ ਉਹ ਕਰਮ ਦੇ ਸਦਕੇ ਨੇੜੇ ਹੋ ਜਾਈਦਾ ਹੈ, ਕਰਮ ਦੇ ਸਦਕੇ ਦੂਰ ਹੋ ਜਾਈਦਾ ਹੈ। ਕਿਰਤ ਨਾ ਦੂਰ ਕਰਦੀ ਹੈ ਤੇ ਨਾ ਕਿਰਤ ਨੇੜੇ ਕਰਦੀ। ਕਿਰਤ ਜਿੱਥੇ ਬੈਠੇ ਹੋ ਉੱਥੇ ਹੀ ਬਸ ਕਿਰਤ ਉਚਾਈ ਦਿੰਦੀ ਹੈ, ਕਿਰਤ ਨਿਵਾਣ ਦਿੰਦੀ ਹੈ। ਕਿਰਤ ਦੇ ਸਦਕੇ ਜਾਂ ਤੇ ਅਮੀਰ ਹੋ ਜਾਈਦਾ ਤੇ ਜਾਂ ਕਿਰਤ ਦੇ ਸਦਕੇ ਵਿਅਕਤੀ ਕੋਈ ਅਮੀਰ ਨਹੀਂ ਹੋਇਆ, ਭਾਈ ਗਰੀਬ ਹੋ ਗਿਆ। ਕਿਰਤ ਵਿੱਚ ਕਾਮਯਾਬ ਨਹੀਂ ਹੋਇਆ, ਘਾਟਾ ਖਾ ਗਿਆ, ਅਸੀਂ ਕਹਾਂਗੇ ਗਰੀਬ ਹੋ ਗਿਆ। ਕਿਰਤ ਵਿੱਚ ਤਰੱਕੀ ਹੋ ਗਈ ਤੇ ਅਮੀਰ ਹੋ ਗਿਆ। ਔਰ ਇਹ ਅਮੀਰੀ ਤੇ ਗਰੀਬੀ ਹਰ ਕਿਰਤ ਵਿੱਚ ਸੰਭਵ ਹੈ। ਇਹਦੇ ਵਾਸਤੇ ਕੋਈ ਪੈਮਾਨਾ ਨਹੀਂ ਹੈ ਕਿ ਆਪ ਨਹੀਂ ਕਰਾਂਗੇ ਤੇ ਇੱਦਾਂ। ਹਰ ਕਿਰਤ ਵਿੱਚ ਅਮੀਰ ਨੇ, ਹਰ ਕਿਰਤ ਵਿੱਚ ਗਰੀਬ ਨੇ, ਪਰ ਕਰਮ ਚੰਗੇ ਤੇ ਮੰਦੇ ਨੇ। ਕਰਮ ਨੇੜੇ ਕਰ ਦਿੰਦੇ ਨੇ, ਕਰਮ ਦੂਰ ਕਰ ਦਿੰਦੇ ਨੇ। ਫਿਰ ਅਸੀਂ ਕੀ ਕਰਨਾ ਹੈ ਕਿ ਕਰਮਾਂ 'ਤੇ ਬਲ ਰੱਖੀਏ। ਗੁਰੂ ਨਾਨਕ ਦਰਸ਼ਨ, ਗੁਰੂ ਨਾਨਕ ਸਾਹਿਬ ਦਾ ਜੋ ਜੁਗਤ ਜੀਵਨ ਹੈ, ਜਿਹਨੂੰ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਕਹਿ ਦੇਨੇ ਆ, ਸਰਲਤਾ ਨਾਲ ਆਪਾਂ ਗੁਰਮਤਿ ਕਹਿ ਦੇਨੇ ਆ, ਇਹਦੇ ਵਿੱਚ ਕਰਮਾਂ ਦਾ ਗਿਆਨ ਹੈ, ਕਰਮਾਂ ਦੀ ਜਾਣਕਾਰੀ ਹੈ, ਪਰ ਕਰਮਾਂ 'ਤੇ ਭਰੋਸਾ ਮਤ ਕਰਨਾ। ਇੱਥੋਂ ਤੱਕ ਆਪਾਂ ਕਰਮ ਦੇ ਸਦਕੇ ਆਣ ਬੈਠੇ ਆ। ਚੰਗੇ ਕਰਮ ਕੀਤੇ ਤੇ ਚੰਗੇ ਕਰਮ ਦਾ ਸਦਕਾ ਸਾਨੂੰ ਸਤ ਸੰਗਤ ਮਿਲ ਗਈ, ਕਿਉਂਕਿ ਕਰਮ ਦਾ ਹੀ ਜੋ ਪ੍ਰਾਪਤੀ ਉਹ ਭਾਗ ਹੁੰਦੇ ਨੇ। ਤੇ ਆਪਾਂ ਕਹਿੰਦੇ ਵਿਣ ਭਾਗਾਂ ਸਤ ਸੰਗ ਨਾ ਲੱਭੈ। ਚੰਗੇ ਕਰਮ ਕੀਤੇ, ਭਾਗ ਚੰਗੇ ਬਣੇ ਤੇ ਸਾਨੂੰ ਸਤ ਸੰਗਤ ਮਿਲ ਗਈ। ਹੁਣ ਸਤ ਸੰਗਤ ਵਿੱਚ ਤੇ ਕਰਮ ਕੋਈ ਕਰਾਇਆ ਹੀ ਨਹੀਂ ਜਾਂਦਾ। ਸਤ ਸੰਗਤ ਵਿੱਚ ਬਲਕਿ ਕਿਹਾ ਜਾਂਦਾ ਕਿ ਕਰਮ ਕਰਕੇ ਵੀ ਨਹੀਂ ਕਰਨਾ, ਮੈਂ ਨਹੀਂ ਕੀਤਾ। ਸ਼ਬਦ ਇੱਕ ਫਿਲਾਸਫੀ 'ਚ ਆ ਕਰਮ ਹੋਣਾ ਹੈ, ਕਰਮ ਕਰਨਾ ਹੀ ਕੋਈ ਨਹੀਂ। ਜਪ ਕਰਦੇ ਹਾਂ, ਕੋਈ ਕਰਮ ਥੋੜ੍ਹਾ ਕਰਨਾ ਹੈ। ਸਰੀਰਕ ਤੌਰ 'ਤੇ ਸਾਨੂੰ ਕਹਿੰਦੇ ਸ਼ਾਂਤ ਹੋ ਕੇ ਬਹਿ ਜਾਓ, ਅਤੇ ਜਿਹਨੂੰ ਥੋੜ੍ਹਾ ਜਿਹਾ ਹੋਰ ਗਿਆਨ ਮਿਲਦਾ ਉਹਨੂੰ ਵੀ ਪਤਾ ਹੈ ਕਿ ਇੱਥੇ ਸਾਨੂੰ ਮਨ ਕਰਕੇ ਵੀ ਕੁਛ ਨਾ ਕਰਨ ਲਈ ਕਿਹਾ ਜਾਂਦਾ ਹੈ। ਸਰੀਰ ਨੂੰ ਵੀ ਟਿਕਾ ਲਓ ਅਤੇ ਮਨ ਨੂੰ ਵੀ ਟਿਕਾ ਲਓ, ਇਕਾਗਰ ਕਰ ਲਓ, ਅਤੇ ਫਿਰ ਬਚਿਆ ਕਿ ਨਿਊਟਰਲ, ਬੱਚੇ ਬਿਲਕੁਲ ਨਿਸ਼ਚਲ ਸ਼ਾਂਤ, ਜਿਹਨੂੰ ਪੰਜਾਬੀ ਵਿੱਚ ਨਿਸਲ ਕਹਿੰਦੇ ਆ। ਫਿਰ ਕਿਰਪਾ ਹੁੰਦੀ ਹੈ। ਕਿਰਪਾ ਹੁੰਦੀ ਉਦੋਂ ਹੈ ਜਦੋਂ ਸਾਡਾ ਮਨ ਸਥਿਰ ਹੋ ਜਾਂਦਾ ਹੈ, ਮਨ ਨਿਊਟਰਲ ਹੋ ਜਾਂਦਾ ਹੈ। ਜਿਵੇਂ ਸੰਸਾਰ ਅਤੇ ਪਰਿਵਾਰ ਦੀ ਰਾਜਨੀਤੀਆਂ ਦੇ ਵਿੱਚੋਂ ਸਾਨੂੰ ਕਹਿੰਦੇ ਨਾ ਭਾਈ ਤੇ ਨਿਊਟਰਲ, ਆਪਾਂ ਤੇ ਨਿਊਟਰਲ ਆ, ਅਸੀਂ ਕਿਸੇ ਧੜੇਬੰਦੀ ਨਾਲ ਨਹੀਂ ਜੁੜਦੇ। ਮਹਾਰਾਜ ਨੇ ਜ਼ਿਕਰ ਵੀ ਕੀਤਾ ਹੈ, ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ। ਭਾਈ ਅਸੀਂ ਦੁਨੀਆ ਦੇ ਕਿਸੇ ਧੜੇਬੰਦੀ 'ਚ ਨਹੀਂ ਪਏ, ਅਸੀਂ ਨਿਊਟਰਲ ਹਾਂ। ਹਮਾਰਾ ਧੜਾ ਹਰ ਸਿਉ ਰਿਹਾ ਸਮਾਈ। ਜੇ ਤੁਸੀਂ ਧੜੇ ਦੀ ਭਾਸ਼ਾ ਹੀ ਸਮਝਦੇ ਹੋ ਤਾਂ ਸਾਡਾ ਧੜਾ ਰੱਬ ਨਾਲ ਹੈ, ਅਤੇ ਰੱਬ ਦਾ ਧੜਾ ਹੀ ਕੋਈ ਨਹੀਂ ਹੁੰਦਾ, ਉਹ ਤਾਂ ਨਿਊਟਰਲ ਹੈ।
इस करके भाई जी कर्म के सिलसिले तो बचना है तो न्यूट्रल होना पैना। इत्थे कोशिश करिया करिए जितना कुछ समा सानू इत्थे मिलता है अपना तन स्थिर है, मन भी स्थिर हो सके। फिर की होएगा, फिर तीजी चीज़ मिलती है किरपा। जो गुरु जो पावन 12 माह का संकल्प है, किरत कर्म के विछुड़े कर किरपा मेलो राम। फिर किरपा मिलती है तो फिर कर्म चक्र तो पार निकली दे। अज समझाते ने कर्म चक्र की बहुती व्याख्या महाराज, किरत कतक कर्म कमावने। वो भाई जीवन भर कर्म कीते ना, कतक का अर्थ केवल महीने 30 दिन मत करना, इसनों असीं समझते हैं जीवन भर। असां जीवन भर कर्म ही तो कीते ने, पिछले जीवन च कर्म कीते होणगे, क्योंकि असीं सानूं इन्हां ते पता है कि केवल एक जन्म ही सानूं थोड़ा मिले है, इस तो पहला भी असीं कई जन्म हंडा चुके हैं। मेरे बाबा जी दसते ना, कई जन्म भय कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर बिरख जोयो। हुण कहंदे ने मिल जगदीश, वो भाई इन्ने जन्मां चों दुख भोग के भटक के इत्थे आ गया, मिल किहनूं मिलां बाबा? कहण लगे जगदीश परमात्मा नूं मिल, मिलन की बरिया तैनूं ये वारी मिली है भाई मिल सके। भगतां दे रूप जदों असीं अरदास करते हैं तो कहंदे ने महाराज पूर्व जन्म हम तुमरे सेवक। सच्चे पातशाह असीं पहलां भी तेरे दर की सेवा करते रहे हैं, पर पहलां दर की सेवा ने शायद सानूं इन्ना उच्चा नहीं उठाया, किसी कर्म खेतर नूं तोड़ सकते, कर्म के बंधन तोड़ सकते नहीं मिले, कृपा नहीं मिली। हुण ते कृपा करो ना, हुण ते बख्श लो, पूर्व जन्म हम तुमरे सेवक, अब तो मिटिया ना जाए। महाराज हुण ते तरला करदे, हुण नहीं जी सकते, अब की बार बख्श बंदे कहो। ते बख्शिश का मतलब इत्थे किरपा ही करदे ना। जन्म पर्यंत हुण तक असीं कर्म करते आए हाँ, ते कर्मां दे सदके ही सानूं हुण तक जो कुछ मिलिया है वो साडे कर्मां दा नतीजा है। इस करके जो कुछ भी साडे कोल है इसनूं किसे दे मत्थे नहीं पा सकते। असीं कहना दोष दूजे ते लाउने आ, असीं किसे दूजे ते दोष नहीं ला सकते, क्योंकि जो कुछ कीता है उहदा नतीजा साडे कोल है। कतक कर्म कमावणे दोष न काहूं जोग। अज जो कुछ भी साडे कोल है, धन करके, परिवार करके, संबंध करके, इज्जत मान, जो कुछ भी है, इसकी व्याख्या असीं अलग अलग पद्धरां ते कर सकते हैं, पर जो कुछ भी है इनूं मोटे मोटे दुख ते सुख कह सकते हुंदे आ। भावें दुख है तो भावें सुख है, भावें अमीरी है तो भावें गरीबी है, ये साडे कीते अपने कर्मां दा फल है, प्रतिफल कहंदे हुंदे नूं, जिन्हों अगे बाबा फरीद साहब के एक श्लोक च बहुत कॉमन ही पढ़िया जाता है, फरीदा लोड़े दाख बिजौरियां किकर बीजे जट। जे किकर बीज बैठे हाँ तो दाखां लभणी तो फिर मुश्किल है ना, कंडे मिलने, सूलां मिलनियां ने। तो फिर जे सानू अज समझ आ जाए कि पिछले बीजे किकर दे सदके सूलां मिलदियां ने, तो फिर अज तो दाखां बीजीए ना, अज तो चंगे फल बीजीए ना, अज तो चंगे बीज बीजने शुरू कर। दार्शनिक लोग कहते हैं जदों समझ आ जाए उस दिन तो ही अपने कर्म नूं बदल ले। किरत मत बदलना शुरू करदा भी की किरत कर दिओ, किरत मत बदलना, अपना कर्म बदल लेना। उस दिन तो ही अपने कर्म नूं बदलण की कोशिश करना, हौली हौली अभ्यास दे नाल एक कर्म बदल जाएगा। जदों तक पूर्वले कर्मां दा जोर रहेगा चलेगा, पर जे अज तो असीं चंगे कर्म करने शुरू कर देंगे, मन करके, तन करके, भाव करके, तो हौली हौली पिछला सिलसिला कुछ मुक जाएगा, कुछ मिट जाएगा। तो हुण तक जो कुछ है ये कर्म का फल है, तो महाराज कृपा करो ना फिर मेरे कर्म का फल सारे मिटा दो। सतगुरु नानक करतारपुर साहब विखे अपने प्यारिਆਂ 'ਚ विचरते सन, तो एक प्यारे ने आके बेनती की, महाराज मैनूं हुण आप दे दर्शन करन दा सुभाग मिले है, आप दी बाणी सुनी, शोभ प्राप्त हुई, बहुत कुछ मिले, आनंद आ गया, जीवन की समझ आ गई, पर एक डर लगता है। महाराज कहने लगे क्यों डर लगता भाई, हुण तो सत्संगत विच आ गए हो, हुण क्यों डर लगता है? कहने लगा महाराज पिछले कीते कर्मां तो डर लगता है।
पिछले कर्म बड़े माड़े ने मेरे, और डर लगता है हौली हौली जो सियाणिਆਂ ਤੋਂ सुनीदा कि कर्मां ਦਾ फल भुगतना पैंदा है, तो उन्होंने कर्मां का डर लगता है भी इन्ने फल अगर भुगतने पै गए तो फिर मेरा की बनेगा, किद्दां भुगतांगा। महाराज कहणगे सत्संगत में आके शब्द भी पढ़ते हो? कह लगा जी पढ़दा तो नहीं, सुनदा हाँ, अजे पढ़न का बल नहीं आया, अजे सुनदा हाँ। महाराज कहणगे ध्यान प्रेम ना सुनिया करो, शरधा ना सत्संगत की सेवा करया करो, कर मिट जाणगे। कहण लगे महाराज इन्नी उम्र लंघ गई 60 साल की, हुण तो बुढ़ापे च आ गया, इन्ने कीते कर्मां दा फल कर्म एकदम किद्दां मिट जाणगे। ज्ञानी तो हर कर्म का प्रायश्चित कराते ने, कदे गंगा नहाओ तो कदे यज्ञ कराओ। महाराज कहण लगे सुन फिर, जे तू इत्थे किते बाहर मैदान विच हर रोज़ एक पंड लकड़ लिया के सुटदा रहे तो 60 साल की उम्र तक सुटदा रहा, मान लो 10 वरियां की उम्र तो शुरुआत की, 50 साल लगातार हर रोज़ एक पंड लकड़ लिया के सुट दी, तो किन्नियां कु लकड़ा हो जाणगियां। कहण लगा महाराज बेअंत ढेर लग जाणगे, 50 साल किते थोड़े हुंदे ने, 50 साल हर रोज़ एक पंड लकड़, तो इत्थे तो ढेरां दे ढेर लग जाणगे। तो महाराज कहण लगे फिर तेनों कहिए भी हुण छेती छेती साफ कर, तो कला तूं लगा दी साफ कर, तो की करेंगा? कहण लगा जी 50 साल सुटदियां लगे ने, 50 साल चुकदियां लगणगे, क्योंकि एक पंड करके चुकांगा ना। तो महाराज कहण लगे जी तू समा इन्ना ना हो कि एक दिन च चुकते की करेंगा? कहण लगा जी मेरे वसों बाहर है, एक दिन च किवें चुक सकदा, 50 साल का ढेर लाया होया एक दिन च किवें चुक सकदे आ। महाराज कहण लगे जे करना चाहें तो एक दिन च सारा मैदान रड़ा मैदान हो सकता ही। कहण लगा जी मेरी समझ नहीं आया। महाराज कहण लगे मन लै तू एडा वड्डा ढेर लाया, तो कितों एक बलदा होला कोयला लिया, चिंगारी लिया, थोड़े जी यतन कर, फूका मार, 5-7 सुके तीले रख, एक बार अग बाड़ लै, तो एक बार अग बल गई तो फिर किन्ना कुछ चिर लगता अग नूं? कहण लगा जी फिर तो कोई समा नहीं लगना, फिर तो अग ने सारे साड़ देने ने। कहण लगे पर बड़ा प्यारा बचन पढ़िया, लख मड़िया कर एक ठे एक रत्ती ले पाहे, लख मड़िया कर एक ठे एक रत्ती ले पाहे, एक रत्ती भर जिनी अग, छोटी जी एक अग दी चिंगारी लखां मन लकड़ां नूं साड़ सकदी है। इसे तरह साडे किन्ने वड्डे कीते कर्म ने, किन्ने माड़े चंगे कीते कर्म ने, गुरु की कृपा का एक किणका मात्र भी साडे हिरदियां दे विहड़े नूं साफ सुथरा कर सकता है, मिटा सकता है। इस करके कई ने कृपा कर दिओ। हाँ जे वो कृपा ना मिले तो फिर कर्मां का फल भोगना पैंदा है। अज कहण लगे महाराज मेरे कर्मां का हुण तक का प्रतिफल है। फिर महाराज अगे कहण लगे भाई क्यों है? महाराज आप ही दसते हैं, परमेश्वर ते भुलिया व्यापन सभे रोग। भाई आज जिहड़े कर्म हुंदे ने माड़े, पता क्यों हुंदे ने? जदों कोई जी अपने गुरु करते नूं भुल जाता है, कर्म तो करी जाता है, किरत भी करी जाता है, पर सन्मुखता गुरु परमेश्वर की नहीं रहिंदी, सन्मुखता वो किसी होर दी। तो जो गुरु परमेश्वर की ना हो तो फिर की रह जाता? बाकी माया रह जाती है, बाकी शैतानीयत रह जाती है। असीं एक वचन पढ़ते ना, जिथे गुरु करते दा प्यार बख्शिश नहीं है उत्थे फिर की जीवन में शैतानीयत होती है। बिन पूरे गुरुदेव फिर शैतानियाँ। आज जितने विकारां की जिंदगी है, जितनी खुराफात संसार च लोग करते हैं, ये सारे कौन ने कि रब दे प्यारे ने? नहीं, बेशक ना रब दा, धर्म दा, भगवान दा, किसी देवी देवते दा वरतदे होण, पर ये उन्हां दे प्यारे उपासक नहीं गे, ये शैतान ने। क्योंकि असलीयत विच इन्हां दा ध्यान रब दे प्रति नहीं है, इन्हां दा ध्यान अपने संसार की माया के प्रति है, इन्हां दा ध्यान संसार विच अपने लालचां के प्रति है। पर लालच नूं पूरा करन वास्ते वरत दे नाम किसी देवी देवते का, किसी अवतार पैगंबर का वरत लैंदे ने। क्योंकि परमात्मा तो टुटे नहीं, इस करके शैतानीयत भरे कर्म करते हैं। तो महाराज कहण लगे परमेश्वर ते भुलिया। जो परमेश्वर तो कोई जी भुल जाता है तो फिर की वरतता है?
ਵਿਆਪਨ ਸਭੇ ਰੋਗ। ਹਰ ਪ੍ਰਕਾਰ ਦੇ ਤਨ ਦੇ ਰੋਗ, ਹਰ ਪ੍ਰਕਾਰ ਦੇ ਮਨ ਦੇ ਰੋਗ ਲੱਗਦੇ ਨੇ। ਅਸਾਂ ਗਾਥਾਵਾਂ 'ਚ ਪੜ੍ਹਿਆ ਨਾ, ਤੀਸਰੇ ਪਾਤਸ਼ਾਹ ਸਾਹਿਬ ਜੀ ਦੇ ਹਜ਼ੂਰ ਦੀਆਂ ਸਾਖੀਆਂ 'ਚੋਂ ਇੱਕ ਦਰਸ਼ਨ ਹੁੰਦਾ ਗਾਥਾ ਦਾ। ਇੱਕ ਅਮੀਰ ਮਾਂ ਬਾਪ ਦਾ ਬੇਟਾ ਬੜੇ ਪਿਆਰ ਤੇ ਲਾਡਾਂ 'ਚ ਪੜ੍ਹਿਆ। ਸਮੇਂ ਦੀ ਜਿਹਨੂੰ ਦੇਵਨੇਤ ਕਹਿੰਦੇ ਨੇ, ਸਮੇਂ ਦੇ ਗੇੜ ਕਰਕੇ ਮਾਤਾ ਪਿਤਾ ਚਲਾਣਾ ਕਰ ਗਏ। ਹੁਣ ਮਾਤਾ ਪਿਤਾ ਚਲਾਣਾ ਕਰ ਗਏ ਨੇ, ਸਿਰ 'ਤੇ ਕੁੰਡਾ ਕੋਈ ਨਹੀਂ ਰਿਹਾ, ਧਨ ਬਹੁਤ ਹੈ, ਅਮੀਰੀ ਹੈ, ਅਤੇ ਉਹਨਾਂ ਦੇ ਸੱਜਣ ਮਿੱਤਰ ਯਾਰ ਵੀ ਉਹੋ ਜਿਹੇ ਬਣ ਗਏ। ਹੁਣ ਖਾਣ ਪੀਣ ਹੰਡਾਣ, ਮੌਜਾਂ ਲੈਣ, ਕੋਈ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਦੁਨੀਆ 'ਚ ਹੌਲੀ ਹੌਲੀ ਮਾੜੇ ਕਰਮਾਂ 'ਚ, ਮਾੜੀਆਂ ਆਦਤਾਂ 'ਚ ਗਲਤਾਨ ਹੋ ਗਏ। ਅਤੇ ਧਨ ਭਾਵੇਂ ਫਿਰ ਕਿਤਨਾ ਵੀ ਕਿਉਂ ਨਾ ਹੋਵੇ, ਅਗਰ ਕਮਾਈ ਨਿਰੰਤਰ ਨਾ ਹੋਵੇ ਤਾਂ ਮੁੱਕ ਜਾਂਦਾ। ਕੁਝ ਵਰ੍ਹਿਆਂ ਦੇ ਵਿੱਚ ਹੀ ਸੰਚਨ ਕੀਤਾ ਮਾਤਾ ਪਿਤਾ ਦਾ ਸਾਰਾ ਧਨ ਉਜੜ ਗਿਆ। ਲੋਕਾਂ ਖਾ ਪੀ ਲਿਆ, ਹੁਣ ਇਹਦੇ ਕੋਲ ਕੁਛ ਵੀ ਨਾ ਬਚਿਆ। ਲੈ ਦੇ ਕੇ ਜ਼ਮੀਨ ਜਾਇਦਾਦ ਸਭ ਵਿਕ ਗਈ, ਭਾਂਡੇ ਤੱਕ ਵਿਕ ਗਏ। ਅਤੇ ਹੌਲੀ ਹੌਲੀ ਕੁਸੰਗ ਦੇ ਪ੍ਰਭਾਵ ਕਰਕੇ ਕਹਿੰਦੇ ਨੇ ਕੋਹੜ ਵਰਗੇ ਰੋਗ ਦਾ ਰੋਗੀ ਹੋ ਗਿਆ। ਅਤੇ ਨਗਰ ਨਿਵਾਸੀਆਂ ਨੇ ਮੂੰਹ ਫੇਰ ਲਿਆ, ਰਿਸ਼ਤੇਦਾਰਾਂ ਮੂੰਹ ਫੇਰ ਲਿਆ, ਯਾਰ ਦੋਸਤ ਖਾਣ ਪੀਣ ਦੇ ਸਭ ਮੂੰਹ ਫੇਰ ਬੈਠੇ। ਅਤੇ ਨਗਰ ਦੇ ਲੋਕਾਂ ਨੇ, ਚੂੰਕਿ ਦੀ ਆਦਤਾਂ ਮਾੜੀਆਂ ਸਨ, ਕਰਮ ਮਾੜੇ ਸਨ, ਲੋਕ ਘਿਰਣਾ ਕਰਨ ਲੱਗ ਪਏ। ਲੋਕਾਂ ਪਿੰਡੋਂ ਵੀ ਬਾਹਰ ਕੱਢ ਦਿੱਤਾ, ਬਾਹਰ ਆਪਣੇ ਪਿੰਡ ਦੀ ਹੱਦ 'ਚੋਂ ਬਾਹਰ ਕੱਢ ਦਿੱਤਾ। ਹੁਣ ਚਰਸਤੇ 'ਤੇ ਪਿਆ ਬਾਹਰ, ਚੀਕ ਚਿਹਾੜਾ ਪਾਉਂਦਾ ਹੈ, ਰੋਂਦਾ ਪਿੱਟਦਾ ਹੈ। ਕਿਤੇ ਕੋਈ ਤਰਸ ਕਰਕੇ ਰੋਟੀ ਦਾ ਟੁਕੜ ਦੇ ਜਾਏ ਤਾਂ ਠੀਕ ਹੈ, ਦੂਜੇ ਚੌਥੇ ਰੋਟੀ ਮਿਲ ਜਾਂਦੀ ਹੈ। ਬਿਲਕਦਾ ਹੈ, ਕਲਪਦਾ ਹੈ। ਕਿਤੇ ਸੰਗਤ ਗੁਰੂ ਦੀ ਉਸ ਰਸਤੇ ਤੋਂ ਲੰਘੀ, ਉਹਨਾਂ ਨੂੰ ਕਲਪਦੇ ਵਿਲਕਦੇ ਦੇਖਿਆ, ਤਰਸ ਆ ਗਿਆ। ਕਹਿਣ ਲੱਗੇ ਅਸੀਂ ਤੇਰਾ ਇਲਾਜ ਤੇ ਨਹੀਂ ਕਰ ਸਕਦੇ ਕਿ ਕੋਹੜ ਪੱਕਾ ਰੋਗ ਹੈ, ਇਹ ਠੀਕ ਕਰਨਾ ਸਾਡੀ ਵਿਸਾਤ 'ਤੇ ਨਹੀਂ ਹੈ। ਠੀਕ, ਅਸੀਂ ਤਾਂ ਇੱਕ ਦੋ ਦਿਨ ਦਾ ਭੋਜਨ ਦੇ ਸਕਦੇ ਹਾਂ, ਪਰ ਜੇ ਤੂੰ ਕਿਤੇ ਗੁਰੂ ਦੀ ਸ਼ਰਨ ਪ੍ਰਾਪਤ ਕਰ ਲਵੇਂ ਤਾਂ ਸ਼ਾਇਦ ਤੇਰਾ ਇਲਾਜ ਹੋ ਜਾਏ। ਕਹਿਣ ਲੱਗਾ ਕਿੱਥੋਂ ਹੋਏਗਾ, ਗੁਰੂ ਕਿੱਥੇ ਹੈ? ਕਹਿਣ ਲੱਗੇ ਗੁਰੂ ਗੋਇੰਦਵਾਲ ਸਾਹਿਬ ਹੈ। ਅਤੇ ਜੇ ਤੂੰ ਭਾਈ ਚੱਲ ਸਕਦਾ ਕਿਸੇ ਤਰੀਕੇ ਦੇ ਨਾਲ ਅਤੇ ਗੁਰੂ ਤੱਕ ਪਹੁੰਚ ਬਣਾ ਲਾ। ਹੁਣ ਇਹਨੇ ਗੁਰੂ ਦਾ ਨਾਂ ਸੁਣ ਲਿਆ, ਵਿਸ਼ਵਾਸ ਵੱਧ ਗਿਆ ਕਿ ਜਦੋਂ ਦੁੱਖ ਹੁੰਦਾ ਨਾ ਫਿਰ ਰੱਬ ਛੇਤੀ ਚੇਤੇ ਆਉਂਦਾ। ਹੁਣ ਇਹ ਉੱਥੋਂ ਰਿੜਦਾ ਗੋਇੰਦਵਾਲ ਸਾਹਿਬ, ਡਿੱਗਦਾ ਢਹਿੰਦਾ ਗੋਇੰਦਵਾਲ ਸਾਹਿਬ ਪਹੁੰਚ ਹੀ ਗਿਆ। ਕਹਿੰਦੇ ਨੇ ਕੋਹੜ ਦੇ ਕਰਕੇ ਦੀ ਜ਼ੁਬਾਨ ਤੱਕ ਕੰਮ ਨਹੀਂ ਸੀ ਕਰਦੀ, ਇਹ ਵਾਹਿਗੁਰੂ ਵੀ ਨਹੀਂ ਸੀ ਕਹਿ ਪਾ ਰਿਹਾ, ਜਪ ਨਹੀਂ ਸੀ ਕਰ ਪਾ ਰਿਹਾ, ਪਰ ਮਨ ਕੰਮ ਕਰਦਾ ਸੀ। ਹੁਣ ਡਿੱਗਦਾ ਢਹਿੰਦਾ ਗੁਰਦੁਆਰੇ ਧਰਮਸ਼ਾਲਾ ਤੱਕ ਪਹੁੰਚ ਗਿਆ। ਬਾਹਰ ਪ੍ਰਸ਼ਾਦਾ ਮਿਲਣ ਲੱਗ ਪਿਆ। ਹੁਣ ਸੰਗਤ ਦੇ ਜੀ ਤਰਸ ਕਰਕੇ ਪ੍ਰਸ਼ਾਦਾ ਦੇ ਦਿੰਦੇ ਨੇ, ਅਤੇ ਉੱਥੇ ਟਿਕਿਆ ਹੋਇਆ ਬਾਹਰ ਇਹ ਬੋਲਦਾ, ਮੇਰਾ ਗਿਆ ਕਛੋਤਾ ਲੱਦਾ, ਮੇਰਾ ਗਿਆ ਕਛੋਤਾ ਲੱਦਾ। ਇਹਦਾ ਕਹਿਣ ਦਾ ਭਾਵ ਸੀ ਕਿ ਜੋ ਮੇਰਾ ਗਵਾਚ ਗਿਆ ਹੈ ਉਹ ਮੈਨੂੰ ਮਿਲ ਜਾਏਗਾ, ਮੇਰਾ ਗਵਾਚਾ ਹੋਇਆ ਧਨ ਮਿਲ ਜਾਏਗਾ, ਮੇਰੀ ਇੱਜ਼ਤ ਸਰੀਰ ਮਿਲ ਜਾਏਗਾ। ਇਹਨੂੰ ਵਿਸ਼ਵਾਸ ਦਿਵਾਤਾ ਸੀ ਉਹਨਾਂ ਨੇ, ਜੇ ਗੁਰੂ ਨੇ ਕਿਰਪਾ ਕਰ ਦਿੱਤੀ ਤਾਂ ਤੈਨੂੰ ਸਭ ਕੁਝ ਮਿਲ ਜਾਏਗਾ। ਬੋਲਦਾ ਰਿਹਾ, ਕਈ ਦਿਨ ਟਿਕਿਆ ਰਿਹਾ। ਅਖੀਰ ਤਰਸ ਹੋ ਗਿਆ, ਮਹਾਰਾਜ ਨੂੰ ਕਿਰਪਾ ਆਈ। ਇੱਕ ਦਿਨ ਇਹਦਾ ਚੀਕ ਚਿਹਾੜਾ ਸੁਣਿਆ। ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ, ਕੂਕ ਰਿਹਾ ਸੀ। ਅੰਮ੍ਰਿਤ ਵੇਲੇ ਸੰਨਾਟਾ ਸੀ, ਦੀ ਆਵਾਜ਼ ਮਹਾਰਾਜ ਦੇ ਕੰਨਾਂ 'ਚ ਪੈ ਰਹੀ ਸੀ। ਇਸ਼ਨਾਨ ਕਰਦੇ ਕਰਦੇ ਪੁੱਛਦੇ ਕੌਣ ਬੋਲਦਾ ਪਿਆ? ਸਿੱਖਾਂ ਦੱਸਿਆ ਮਹਾਰਾਜ ਜਿੱਦਾਂ ਇੱਕ ਕੋਹੜੀ ਹੈ, ਪ੍ਰੇਮਾ ਨੂੰ ਕਹਿੰਦੇ ਨੇ, ਕੋਹੜੀ ਹੈ, ਚੀਕਦਾ ਚਿਹਾੜਦਾ ਹੈ ਕਿਉਂਕਿ ਕੋਹੜ ਦੇ ਕਰਕੇ ਦੁਖੀ ਹੈ। ਪ੍ਰਸ਼ਾਦਾ ਤੇ ਲੰਗਰ 'ਚ ਉਹਨੂੰ ਦੇ ਦੇਈਦਾ ਹੈ, ਪਰ ਬਾਕੀ ਕੀ ਕਰੀਏ, ਕੋਹੜ ਪੱਕਾ ਰੋਗ ਹੈ, ਕੋਈ ਨੇੜੇ ਢੁੱਕ ਕੇ ਰਾਜੀ ਨਹੀਂ। ਉੱਥੇ ਪਿਆ ਤੜਪਦਾ ਹੈ, ਬੋਲਦਾ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ ਜਾਓ ਚੁੱਕ ਲਿਆਓ। ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਹਟੇ ਨੂੰ ਚੁੱਕਾ ਲਿਆਂਦਾ। ਹੁਣ ਚੂੰਕਿ ਹੁਕਮ ਹੈ ਇਸ ਕਰਕੇ ਸਿੱਖ ਚੁੱਕ ਲਿਆ। ਜੋ ਮਹਾਰਾਜ ਦੇ ਇਸ਼ਨਾਨ ਤੋਂ ਜਲ ਬਚਿਆ ਸੀ, ਕਹਿਣ ਲੱਗੇ ਇਹਦਾ ਵੀ ਇਸ਼ਨਾਨ ਕਰਾ ਦਿਓ। ਉਹਦਾ ਵੀ ਇਸ਼ਨਾਨ ਕਰਾਇਆ, ਜ਼ਖਮ ਸਾਫ਼ ਕੀਤੇ, ਹੌਲੀ ਹੌਲੀ ਠੀਕ ਹੋ ਗਿਆ। ਜਦੋਂ ਠੀਕ ਹੋ ਗਿਆ ਤੇ ਮਹਾਰਾਜ ਨੇ ਫਿਰ ਆਪਣਾ ਪੁੱਤਰ ਬਣਾਇਆ, ਆਪਣੇ ਪੁੱਤਰਾਂ ਵਰਗਾ ਮਾਣ ਦਿੱਤਾ। ਆਪਣੇ ਪੁੱਤਰਾਂ ਵਰਗਾ ਮਾਣ ਦੇ ਕੇ ਤੰਦਰੁਸਤ ਹੋ ਗਿਆ। ਫਿਰ ਮਹਾਰਾਜ ਨੇ ਉਹਦਾ ਵਿਆਹ ਕੀਤਾ, ਘਰ ਪਰਿਵਾਰ ਆਬਾਦ ਕੀਤਾ। ਅਤੇ ਜਦੋਂ ਸਮਾਂ ਆਇਆ ਮਹਾਰਾਜ ਨੇ ਮੰਜੀਆਂ ਸਥਾਪਿਤ ਕੀਤੀਆਂ। ਉਹਨਾਂ ਦੇ ਵਿੱਚੋਂ ਫਿਰ ਇੱਕ ਮੰਜੀ ਵੀ ਉਸ ਕੋਹੜੀ ਨੂੰ ਮਿਲੀ। ਕਹਿੰਦੇ ਨੇ ਮੱਥੋ ਮੁਰਾਰੀ ਨਾਮ ਦੀ ਜੋ ਮੰਜੀ ਹੈ ਨਾ, ਉਹ ਉਸੇ ਕੋਹੜੀ ਦੀ ਮੰਜੀ ਹੈ ਜਿਸ ਨੂੰ ਮਹਾਰਾਜ ਨੇ ਆਪਣੇ ਪੁੱਤਰ ਦੇ ਰੂਪ 'ਚ ਪਾਲਿਆ। ਜੋ ਖਤਮ ਹੋ ਗਿਆ ਸੀ, ਸਭ ਕੁਝ ਗਵਾ ਬੈਠਾ ਸੀ, ਪਰਮੇਸ਼ਰ ਨੂੰ ਭੁੱਲਣ ਕਰਕੇ ਗੁਰੂ ਦੀ ਕਿਰਪਾ ਦੇ ਸਦਕੇ ਸਭ ਕੁਝ ਵਾਪਸ ਮਿਲ ਗਿਆ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਆਪਾਂ ਪੜ੍ਹਦੇ ਹੁੰਦੇ ਹਾਂ,
साढ़े वास्ते है कबीर, काम परे हर सिमरिए, ऐसा सिमरो नित। ਕੰਮ ਪੈਂਦਾ ਤੇ ਸਿਮਰਨ ਕਰਦੇ ਹੋ ਨਾ, ਅਗਾਹੇ ਬਗਾਹੇ ਸਾਨੂੰ ਲੋੜ ਪੈਂਦੀ ਹੈ ਤੇ ਆਪਾਂ ਨੱਠੇ ਉਹਨੇ ਅਰਦਾਸ ਕਰਨ। ਬਾਬਾ ਸਾਹਿਬ ਕਹਿੰਦੇ ਕਾਮ ਪਰੇ ਹਰ ਸਿਮਰਿਐ, ਤੇ ਕੰਮ ਕਰੋ ਨਾ ਐਸਾ ਸਿਮਰੋ, ਐਸੇ ਰੱਬ ਦਾ ਸਿਮਰਨ ਕਰੋ ਨਿਤ, ਐਸਾ ਸਿਮਰੋ ਨਿਤ। ਕਹਿਣ ਲੱਗੇ ਬਾਬਾ ਜੇ ਯਕੀਨਨ ਨਿਤ ਸਿਮਰਨ ਹੋ ਜਾਏ ਤੇ ਕੀ ਹੋ ਗਏ? ਕਹਿਣ ਲੱਗੇ ਅਮਰਾਪੁਰੀ ਬਾਸਾ ਕਰੋ, ਸੁੱਖਾਂ ਦੇ ਘਰ 'ਚ ਵਾਸਾ ਹੋ ਜਾਏਗਾ, ਤੁਹਾਡੇ ਘਰ ਪਰਿਵਾਰ 'ਚ ਦੁੱਖ ਮਿਟ ਜਾਣਗੇ। ਤੇ ਹੋਰ ਕੀ ਹੋਏਗਾ? ਕਹਿਣ ਲੱਗੇ ਹਰ ਗਿਆ ਬਾਹੋਰੈ ਬਿੱਤ, ਜੋ ਤੁਹਾਡੀ ਇੱਜ਼ਤ ਮਾਣ ਪ੍ਰਤਿਸ਼ਠਾ ਧਨ ਖਤਮ ਹੋ ਗਿਆ ਨਾ ਉਹ ਵੀ ਮਿਲ ਜਾਏਗਾ। ਵਿਸ਼ਵਾਸ ਰੱਖੋ, ਕਿਰਪਾ ਦੇ ਪਾਤਰ ਤੇ ਬਣੋ, ਗਵਾਚੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਅੱਜ ਕਹਿਣ ਲੱਗੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਜਿਹੜੇ ਵੇਮੁਖ ਹੋ ਜਾਂਦੇ ਨਾ ਆਪਣੇ ਗੁਰੂ ਤੋਂ, ਫਿਰ ਇਹ ਨਹੀਂ ਕਿ ਅੱਜ ਮਿਲ ਗਏ, ਜਨਮਾਂ ਦੇ ਵਿਯੋਗ ਮਿਲ ਲੱਗਦੇ ਨੇ। ਕਦੇ ਕਦੇ ਅਸੀਂ ਕੁਝ ਹਵਾਲਿਆਂ ਤੇ ਕੁਝ ਗਾਥਾਵਾਂ ਤੇ ਟੀਕਾ ਟਿੱਪਣੀ ਕਰਦੇ ਰਹਿੰਦੇ ਹਾਂ, ਪਰ ਵਡੇਰਿਆਂ ਨੇ ਇੱਕ ਚੀਜ਼ ਵੇਖੀ ਹੋਣੀ ਆ, ਜਿਨ੍ਹਾਂ ਨੂੰ ਕਿਤੇ ਸ਼੍ਰੀ ਹਜ਼ੂਰ ਸਾਹਿਬ ਜਾਣ ਦਾ ਵਕਤ ਮਿਲਿਆ ਹੋਵੇ। ਉੱਥੇ ਸ਼ਿਕਾਰ ਘਾਟ ਵਿੱਚ ਇੱਕ ਖਰਗੋਸ਼ ਦੀ ਗਾਥਾ ਪਾਤਸ਼ਾਹ ਦਸ਼ਮੇਸ਼ ਦੇ ਸ਼ਿਕਾਰ 'ਚ ਸੁਣੀ ਦੇਖੀ ਹੋਵੇਗੀ। ਪਤਾ ਕੌਣ ਹੈ ਉਹ? ਜਗਤ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਬੇਮੁਖ ਹੋਇਆ ਮੂਲਾ, ਜਨਮਾਂ ਦੇ ਚੱਕਰ 'ਚ ਉਲਝ ਕੇ ਰਹਿ ਗਿਆ। ਉਹਨੂੰ ਵਿਗਿਆਨ ਮੰਨੇਗਾ ਕਿ ਨਹੀਂ ਮੰਨੇਗਾ ਪਤਾ ਨਹੀਂ, ਅਸੀਂ ਤਾਂ ਉਹਦੀ ਗੱਲ ਨਹੀਂ ਕਰਦੇ, ਕਿਉਂਕਿ ਵਿਗਿਆਨ ਸਰੀਰ ਤੋਂ ਅੱਗੇ ਅਜੇ ਨਹੀਂ ਜਾ ਪਾਇਆ। ਉਮੀਦ ਹੈ ਸਮਾਂ ਪਾ ਕੇ ਸ਼ਾਇਦ ਹੋਰ ਤਰੱਕੀਆਂ ਵੀ ਕਰ ਜਾਏਗਾ। ਪਰ ਇਹ ਰੂਹਾਨੀ ਮੰਡਲ ਦੀ, ਆਤਮਿਕ ਮੰਡਲ ਦੀ ਗੱਲ ਹੈ। ਗੁਰੂ ਨਾਨਕ ਦੀ ਆਵਾਜ਼ ਆਈ ਸੀ ਮਰਦਾਨਾ ਜੀ ਦੇ ਰਾਹੀਂ, ਮੂਲਿਆ ਗੁਰੂ ਨਾਨਕ ਨੇ ਬੁਲਾਇਆ ਆਈ, ਪਰ ਘਰੋਂ ਆਵਾਜ਼ ਕੀ ਆਈ ਸੀ? ਮੂਲਾ ਤੇ ਹੈ ਨਹੀਂ, ਲੁਕ ਗਿਆ, ਛੁਪ ਗਿਆ। ਇਹੀ ਤੇ ਬੇਮੁਖਤਾ ਹੁੰਦੀ ਹੈ। ਮੂੰਹ ਮੋੜ ਲਿਆ ਗੁਰੂ ਤੋਂ, ਕੋਈ ਗੱਲ ਨਹੀਂ, ਗੁਰੂ ਦਾ ਕੰਮ ਤੇ ਕੋਈ ਰੁਕਿਆ ਨਹੀਂ ਨਾ। ਗੁਰੂ ਨਾਨਕ ਸਾਹਿਬ ਦਾ ਕੋਈ ਕੰਮ ਨਹੀਂ ਰੁਕਿਆ। ਗੁਰੂ ਨਾਨਕ ਸਾਹਿਬ ਆਪਣੇ ਰਮਦੇ ਰਮਦੇ ਗਾਹ ਲੰਘ ਗਏ, ਪਰ ਮੂਲਾ ਦੁਨੀਆ 'ਤੇ ਨਹੀਂ ਰਿਹਾ। ਅਤੇ ਜਨਮਾਂ ਦੇ ਕਿਤਨੇ ਕੁ ਜਨਮਾਂ 'ਚੋਂ ਭਟਕ ਕੇ ਫਿਰ ਵਾਪਸ ਕਿਤੇ ਖਰਗੋਸ਼ ਦੀ ਜੂਰਨੇ ਪਿਆ, ਔਰ ਕਿੱਥੇ ਜਾ ਨਿਕਲਿਆ? ਗੋਦਾਵਰੀ ਦੇ ਕੰਢੇ। ਉੱਥੇ ਪਾਤਸ਼ਾਹ ਦਸ਼ਮੇਸ਼ ਆ ਕੇ, ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਉੱਥੇ ਲਿਖਤਾਂ ਪੜ੍ਹੀਆਂ ਹੋਣਗੀਆਂ, ਮਹਾਰਾਜ ਨੇ ਖਰਗੋਸ਼ ਦੀ ਪਏ ਹੋਏ ਜੂਨ 'ਚੋਂ ਕੱਢਿਆ। ਦਸ਼ਮੇਸ਼ ਦੇ ਦਰਬਾਰ ਵਿੱਚ, ਸਾਡੇ ਘਰ ਐਸੇ ਦਰਬਾਰ 'ਚ ਦੇਗ ਵਰਤਾਉਣ ਵਾਲਾ ਕੀਰਤੀਆ ਰਿਛ ਬਣ ਕੇ ਨੱਚਦਾ ਆ ਗਿਆ ਹੈ, ਅਤੇ ਮਹਾਰਾਜ ਨੇ ਫਿਰ ਉਹੀ ਦੇਗ ਖਵਾਈ ਹੈ ਅਤੇ ਰਿਛ ਦੀ ਜੂਨ 'ਚੋਂ ਕੱਢਿਆ ਹੈ। ਇਹ ਗਾਥਾਵਾਂ ਅਸੀਂ ਆਪਣੇ ਵਡੇਰਿਆਂ ਤੋਂ ਸੁਣੀਆਂ ਨੇ। ਇਹ ਗਾਥਾਵਾਂ ਇਹਨਾਂ ਤੁਕਾਂ ਦੀ ਵਿਆਖਿਆਵਾਂ ਪ੍ਰਮਾਣਿਤ ਨੇ। ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਕੁਝ ਦਿਨਾਂ ਦਾ ਨਹੀਂ, ਜਨਮਾਂ ਦੇ ਵਿਜੋਗ ਪੈ ਜਾਂਦੇ ਨੇ। ਮੁੜ ਕੇ ਕਦੋਂ ਮਿਲਾਂਗੇ ਪਤਾ ਨਹੀਂ। ਫਿਰ ਵੀ ਕਿਤੇ ਕਿਰਪਾ ਹੋਗੀ ਤੇ ਮਿਲਾ ਲਏਗਾ, ਨਹੀਂ ਤੇ ਫਿਰ ਔਖਾ ਹੋ ਜਾਏਗਾ। ਇਸ ਕਰਕੇ ਕਹਿਣ ਲੱਗੇ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨਮੇ ਕੌੜੇ ਹੋਏ ਗਏ। ਜਿਹੜੇ ਅਸੀਂ ਕਿਸੇ ਲਾਲਚ ਕਰਕੇ, ਕਿਸੇ ਦੁਨੀਆ ਦੇ ਪ੍ਰਭਾਵ ਕਰਕੇ ਆਪਣੇ ਗੁਰ ਕਰਤੇ ਤੋਂ ਬੇਮੁਖ ਹੋ ਕੇ ਕਰਮ ਕੀਤਾ ਸੀ ਨਾ, ਵੀ ਦੇਖੋ ਆਹ ਚੰਗਾ ਕਰਮ ਹੈ, ਗੁਰੂ ਬੁਲਾ ਰਹੇ ਨੇ, ਪਤਾ ਨਹੀਂ ਕਿੱਧਰ ਲੈ ਕੇ ਤੁਰ ਜਾਣਗੇ। ਆਹ ਘਰ ਪਰਿਵਾਰ 'ਚ ਬੈਠਦੇ ਥੋੜ੍ਹੇ ਸਮੇਂ ਲਈ, ਗੁਰ ਕਰਤੇ ਤੋਂ ਬੇਮੁਖ ਹੋ ਕੇ ਜਿਹੜੇ ਕਰਮ ਕੀਤੇ ਜਾਂਦੇ ਨੇ, ਹੁੰਦੇ ਤੇ ਟੈਂਪਰੇਰੀ ਚੰਗੇ ਨੇ, ਪਰ ਉਹਨਾਂ ਦਾ ਨਤੀਜਾ ਬੜਾ ਮਾੜਾ ਨਿਕਲਦਾ। ਮਹਾਰਾਜ ਕਹਿਣ ਲੱਗੇ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਭੋਗ ਦਾ ਮਤਲਬ ਹੈ ਕਿ ਸੰਸਾਰ ਦੇ ਲਾਲਚਾਂ ਕਰਕੇ, ਸੰਸਾਰ ਦੇ ਲਾਲਚ ਦੇ ਪ੍ਰਭਾਵ ਕਰਕੇ ਜਿਹੜੇ ਸੀ ਗੁਰੂ ਤੋਂ ਬੇਮੁਖ ਹੋ ਕੇ ਕਰਮ ਕਰਦੇ ਆ, ਵੀ ਸ਼ਾਇਦ ਸਾਨੂੰ ਕੋਈ ਫਾਇਦਾ ਹੋ ਜਾਏਗਾ। ਦੇਖੋ ਜੀ, ਸੁਖਾਵਾਂ ਮਾਹੌਲ ਹੈ, ਚੰਗਾ ਬਣ ਗਿਆ, ਪਰ ਚੇਤਾ ਰੱਖਣਾ ਉਹ ਸਭ ਖਤਮ ਹੋ ਜਾਂਦਾ ਹੈ, ਕੌੜਾ ਹੋ ਜਾਂਦਾ ਹੈ। ਉਹਨਾਂ ਦੇ ਨਤੀਜੇ ਫਿਰ ਮਾੜੇ ਨਿਕਲ ਜਾਂਦੇ ਨੇ। ਫਿਰ ਜਦੋਂ ਨਤੀਜੇ ਮਾੜੇ ਬਣ ਜਾਂਦੇ ਨੇ, ਉਹਨਾਂ ਦੇ ਪ੍ਰਤੀਫਲ ਪ੍ਰਾਪਤ ਹੁੰਦੇ ਨੇ, ਅਤੇ ਫਿਰ ਵੇਚਣ ਨਾ ਕੋਈ ਕਰ ਸਕੇ। ਫਿਰ ਵਿਚੋਲਾ ਕੌਣ ਬਣੇ? ਜਾਂ ਇਸ ਤਰ੍ਹਾਂ ਸੰਸਾਰ ਦੇ ਵਿੱਚ ਦੋ ਭਰਾਵਾਂ ਦਾ ਕਿਸੇ ਕਾਰਨ ਤੋੜ ਵੀ ਛੋੜਾ ਹੋ ਜਾਏ, ਅਤੇ ਕੋਈ ਤੀਸਰਾ ਸਿਆਣਾ ਜਿਹੜਾ ਉਹਨਾਂ ਤੋਂ ਸੀਨੀਅਰ ਹੁੰਦਾ ਹੈ, ਉਹ ਦੋਵਾਂ ਨੂੰ ਮਿਲਾ ਸਕਦਾ ਹੈ। ਭਾਈ ਦੋਨਾਂ ਦੀ ਗਲਤੀਆਂ ਮਨ ਦੇ ਵਹਿਮ, ਮਨ ਦੇ ਭਰਮ, ਜੋ ਗਲਤ ਫਹਿਮੀਆਂ ਹੁੰਦੀਆਂ ਨੇ, ਉਹ ਮਿਟਾ ਕੇ ਭਰਾਵਾਂ ਦਾ ਮੇਲ ਕਰਨਾ ਸੌਖਾ ਹੋ ਜਾਂਦਾ ਹੈ। ਪਰ ਚੇਤਾ ਰੱਖਣਾ, ਜਦੋਂ ਗੁਰੂ ਕਰਤੇ ਤੋਂ ਕੋ ਟੁੱਟਦਾ, ਤੇ ਕਿਹੜਾ ਇਤਨਾ ਸਮਰੱਥ ਹੈ ਜੋ ਸਾਨੂੰ ਲਿਆ ਕੇ ਗੁਰੂ ਨਾਲ ਮਿਲਾ ਦੇਵੇ?
ਕਦੇ ਕਦਾਈ ਕਿਤੇ ਕੋਈ ਲੱਦੇ ਵਰਗਾ ਪਰਉਪਕਾਰੀ ਹੁੰਦਾ ਹੈ ਜਿਹੜਾ ਗੁਰੂ ਦਰਬਾਰ 'ਤੇ ਆਪ ਆ ਜਾਣ, ਮਹਾਰਾਜ ਮੇਰੇ 'ਤੇ ਪਾ ਦਿਓ, ਜੋ ਗਲਤੀ ਭੁੱਲ ਮੇਰੇ ਖਾਤੇ ਪਾ ਦਿਓ। ਸਾਖੀਕਾਰ ਤੇ ਕਹਿੰਦੇ ਨੇ ਉਹਨੇ ਆਪਣਾ ਮੂੰਹ ਤੱਕ ਕਾਲਾ ਕਰ ਲਿਆ ਸੀ, ਮਹਾਰਾਜ ਭੁੱਲ ਇਹਨਾਂ ਦੀ ਹੈ, ਗਲਤੀ ਇਹਨਾਂ ਦੀ, ਕਾਲਾ ਮੂੰਹ ਇਹਨਾਂ ਨੇ ਕੀਤਾ ਹੈ, ਪਰ ਮੇਰੇ 'ਤੇ ਪਾ ਦਿਓ। ਕੋਈ ਵਿਰਲਾ ਟਾਵਾਂ ਪਰਉਪਕਾਰੀ ਐਸਾ ਕਦੇ ਮਿਲਦਾ, ਨਹੀਂ ਤੇ ਕੋਈ ਵਿਚੋਲਾ ਨਹੀਂ ਜੇ ਬਣਦਾ। ਜਦੋਂ ਮਾਰ ਪੈਂਦੀ ਹੈ, ਦੁੱਖ ਪੈਂਦਾ ਹੈ, ਕਦੇ ਕਿਸੇ ਨੇ ਬਚਾਇਆ ਅੱਜ ਤੱਕ? ਭਾਵੇਂ ਪਰਿਵਾਰਕ ਮੰਡਲਾਂ 'ਚ ਦੇਖਿਆ ਜਾਏ, ਰਾਜਨੀਤਿਕ ਮੰਡਲਾਂ 'ਚ ਦੇਖਿਆ ਜਾਏ, ਜਦ ਜਾਨ 'ਤੇ ਆਉਂਦੀ ਹੈ ਸਭ ਛੱਡ ਕੇ ਭੱਜਦੇ ਨੇ, ਤੜਫਦਿਆਂ ਨੂੰ ਛੱਡ ਕੇ ਜਾਂਦੇ ਨੇ। ਲੋਕ ਕਹਿੰਦੇ ਨੇ ਕਿ ਜਦੋਂ ਬਲਦੀ ਹੁੰਦੀ ਹੈ ਤੇ ਮਾਵਾਂ ਪੁੱਤ ਨਹੀਂ ਸਾਂਭਦੀਆਂ, ਆਪਣੀ ਜਾਨ ਬਚਾ ਕੇ। ਰਾਜਨੀਤਿਕ ਮੰਡਲਾਂ ਦੇਖੇ, ਰਾਜੇ ਆਪਣਾ ਪਰਿਵਾਰ ਲੱਦ ਕੇ ਲੁਕਾ ਕੇ ਭੱਜ ਜਾਂਦੇ ਨੇ, ਸਾਰੀ ਪ੍ਰਜਾ ਗੁਲਾਮ ਹੋ ਜਾਂਦੀ ਹੈ, ਸ਼ਹਿਰਾਂ ਦੇ ਸ਼ਹਿਰ ਲੁੱਟੇ ਜਾਂਦੇ ਨੇ, ਬਸ ਆਪ ਹੀ ਜਾਨ ਬਚਾ ਕੇ ਭੱਜਦੇ ਨੇ। ਵਿੱਚ ਨਾ ਕੋਈ ਕਰ ਸਕੇ, ਫਿਰ ਉਸ ਵਕਤ ਕੋਈ ਵਿਚੋਲਾ ਨਹੀਂ ਹੁੰਦਾ। ਕਿਸ ਥੈਂ ਰੋਵੇਂ ਰੋਜ਼, ਕਿਹਦੇ ਕੋ ਰੋਣੇ ਰੋਏਗਾ ਆਪਣੇ ਜਾ ਕੇ। ਕੀਤਾ ਕਿਛ ਨਾ ਹੋਵੇ, ਫਿਰ ਤੇਰਾ ਕੀਤਾ ਕੁਛ ਨਹੀਂ ਹੋ ਸਕਿਆ। ਲਿਖਿਆ ਤੁਰ ਸੰਜੋਗ, ਕਿਉਂਕਿ ਤੂੰ ਕਰਮ ਕੀਤਾ, ਕਰਮ ਦਾ ਹੀ ਨਤੀਜਨ ਸੰਜੋਗ ਬਣਿਆ। ਕਿਉਂਕਿ ਸੰਜੋਗ ਅਤੇ ਵਿਜੋਗ ਹੀ ਸੰਸਾਰ ਦੀ ਕਾਰਵਾਈ ਨੂੰ ਚਲਾ ਰਹੇ ਨੇ। ਅਸੀਂ ਰੋਜ਼ ਪੜ੍ਹਦੇ ਹਾਂ, ਅੱਜ ਵੀ ਆਪਣੇ ਪਿਆਰੇ ਨੇ ਪੜ੍ਹਿਆ ਹੋਣਾ ਨਾ, ਸੰਜੋਗ ਵਿਜੋਗ ਦੋਏ ਕਾਰ ਚਲਾਵहें ਲੇਖੇ ਆਵहें ਭਾਗ, ਪੜ੍ਹਿਆ ਹੋਣਾ। ਤੇ ਮਹਾਰਾਜ ਕਹਿੰਦੇ ਜਿਤਨਾ ਸੰਸਾਰ ਦਾ ਮੰਡਲ ਹੈ ਇਹ ਸੰਜੋਗਾਂ ਅਤੇ ਵਿਜੋਗਾਂ 'ਤੇ ਨਿਰਭਰ ਕਰਦਾ ਹੈ। ਸੰਜੋਗਾਂ ਦਾ ਮਤਲਬ ਹੈ ਮਿਲਾਪ, ਸੰਜੋਗਾਂ ਦਾ ਮਤਲਬ ਇੱਥੇ ਨਤੀਜਾ ਕੁਵਰਤਨਾ, ਅਤੇ ਵਿਜੋਗ ਹੈ ਦੂਰੀਆਂ। ਮਹਾਰਾਜ ਕਹਿਣ ਲੱਗੇ ਤੇਰੇ ਲਈ ਇਹ ਸੰਜੋਗ ਲਿਖਿਆ, ਤੇਰਾ ਦੁੱਖ ਦਾ ਮਿਲਾਪ ਲਿਖਿਆ, ਮਾੜੇ ਲੋਕਾਂ ਨਾਲ ਮਿਲਾਪ ਲਿਖ ਦਿੱਤਾ ਗਿਆ ਹੈ। ਹੁਣ ਤੇਰੇ ਕੀਤੇ ਕਰਮ ਦਾ ਪ੍ਰਤੀਫਲ ਇਹ ਹੈ ਕਿ ਤੈਨੂੰ ਦੁੱਖ ਮਿਲੇ, ਤੇਰੇ ਕੀਤੇ ਕਰਮ ਦਾ ਪ੍ਰਤੀਫਲ ਇਹ ਹੈ ਕਿ ਤੈਨੂੰ ਮਾੜੇ ਲੋਕਾਂ ਦੇ ਵਿੱਚ ਪਾ ਦਿੱਤਾ ਜਾਏ। ਕੀਤੇ ਕਰਮ ਦਾ ਪ੍ਰਤੀਫਲ, ਜਿਹਨੂੰ ਅੱਜ ਕੱਲ੍ਹ ਆਪਾਂ ਸਜ਼ਾ ਕਹਿਣ ਲੱਗ ਪਏ ਹਾਂ, ਸਜ਼ਾ ਤੇਰੀ ਇਹ ਹੈ ਕਿ ਤੈਨੂੰ ਐਸੇ ਲੋਕਾਂ ਨੂੰ ਛੱਡਿਆ ਜਾਂਦਾ ਹੈ ਜਿੱਥੇ ਕੋਈ ਭਲਾ ਨਹੀਂ ਹੁੰਦਾ। ਅਸੀਂ ਕਦੇ ਕਦੇ ਸੁਣ ਠਹਿਰ ਕੇ ਪੜ੍ਹ ਵੀ ਲੈਂਦੇ, ਦਦੈ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਵਰਜਨਾ। ਮਹਾਰਾਜ ਕਹਿਣ ਲੱਗੇ ਹੁਣ ਤੇਰਾ ਕੀਤਾ ਕੀ ਹੋ ਸਕਦਾ ਹੈ? ਕਿਉਂਕਿ ਤੇ ਸੰਜੋਗਾਂ ਦੇ ਸਦਕੇ ਨਾ, ਮਾੜੇ ਲੋਕਾਂ ਦੇ ਨਾਲ ਮਿਲਾਪ ਹੋਣਾ ਵੀ ਸੰਜੋਗਾਂ ਦੇ ਸਦਕੇ ਆ। ਕਦੇ ਕਦੇ ਹੁੰਦਾ ਨਾ, ਸਾਡੇ ਪਰਿਵਾਰਕ ਸੰਜੋਗ ਐਸੇ ਜੀਆਂ ਨਾਲ ਮਿਲ ਜਾਂਦੇ ਨੇ, ਸਾਰੀ ਉਮਰ ਅਸਾਂ ਵੇਖਿਆ ਲੋਕਾਂ ਦੀ ਕਲੇਸ਼ ਵਿੱਚ ਗੁਜ਼ਰਦੀ ਹੈ। ਇੱਕੇ ਛੱਤ ਹੇਠ ਰਹਿੰਦੇ ਨੇ, ਇੱਕੇ ਪਰਿਵਾਰ ਦਾ ਹਿੱਸਾ ਬਣ ਜਾਂਦੇ ਨੇ, ਇਕੱਠੀ ਰਹਿਣਾ, ਦੁੱਖ ਸੁੱਖ ਵੀ ਸਾਂਝਾ ਹੈ, ਪਰ ਸਾਰੀ ਉਮਰ ਕਲੇਸ਼ ਵਿੱਚ ਹੀ ਗੁਜ਼ਰਦੀ ਹੈ। ਕਈ ਵਾਰ ਘਰ ਸੰਤਾਨ ਐਸੀ ਪੈਦਾ ਹੋ ਜਾਂਦੀ ਹੈ, ਕਲੇਸ਼ ਵਿੱਚ ਹੀ ਗੁਜ਼ਰਦੀ ਹੈ। ਇਸ ਕੁਦਰਤ ਹੈ, ਅਸੀਂ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਐਸਾ ਹੁੰਦਾ ਘਰਾਂ ਪਰਿਵਾਰਾਂ ਦੇਖੀਦਾ, ਸਕੇ ਭਰਾ ਨੇ ਪਰ ਸਾਰੀ ਉਮਰ ਕਲੇਸ਼ ਹੈ, ਪਿਤਾ ਪੁੱਤਰ ਨੇ ਸਾਰੀ ਉਮਰ ਕਲੇਸ਼ ਹੈ, ਪਤੀ ਪਤਨੀ ਨੇ ਸਾਰੀ ਉਮਰ ਦਾ ਕਲੇਸ਼ ਹੈ। ਪਤਾ ਕਿਉਂ? ਕੀਤੇ ਕਰਮ ਦਾ ਨਤੀਜਾ ਹੈ। ਮਹਾਰਾਜ ਦਾ ਬੜਾ ਪਿਆਰਾ ਬਚਨ ਹੈ, ਸਹਵੇ ਜੀਆ ਆਪਣਾ ਕੀਆ। ਹੁਣ ਤੂੰ ਕਿਸੇ ਨੂੰ ਸੁੱਖ ਨਹੀਂ ਦਿੱਤਾ ਤੇ ਤੈਨੂੰ ਸੁੱਖ ਕਿੱਥੋਂ ਮਿਲੇਗਾ? ਤੂੰ ਕਲੇਸ਼ ਪਾ ਕੇ ਲੋਕਾਂ ਦੀ ਜ਼ਿੰਦਗੀ 'ਚ ਰੱਖਿਆ, ਹੁਣ ਤੇਰੀ ਜ਼ਿੰਦਗੀ 'ਚ ਕਲੇਸ਼ ਹੈ, ਸਹਿਣਾ ਪੈਣਾ ਹੈ। ਮਹਾਰਾਜ ਕਹਿਣ ਲੱਗੇ ਹੁਣ ਹੋਰ ਕੋਈ ਕੁਛ ਨਹੀਂ ਕਰ ਸਕਦਾ। ਲਿਖਿਆ ਤੁਰ ਸੰਜੋਗ, ਇਹ ਤੁਰ ਦਰਗਾਹ ਦਾ ਸੰਜੋਗ ਲਿਖਿਆ ਹੈ। ਫਿਰ ਕੀ ਹੋ ਸਕ ਕੀ ਤੁਰ ਦਰਗਾਹ 'ਤੇ ਲਿਖੇ ਹੋਏ ਸੰਜੋਗ ਜੋ ਕਰਮ ਖੇਤਰ ਕਰਕੇ ਹੁੰਦੇ ਨੇ, ਕੀ ਉਹ ਮਿਟ ਸਕਦੇ ਨੇ? ਸੰਸਾਰ ਦੇ ਗਿਆਨੀ ਕਹਿਣਗੇ ਨਹੀਂ, ਕਰਮਾਂ ਦੇ ਲਿਖੇ ਹੋਏ ਨਹੀਂ ਮਿਟਦੇ। ਗੁਰਬਾਣੀ ਦੇ ਤੁਕਾਂ ਪੜ੍ਹ ਕੇ ਵੀ ਸੁਣਾ ਦਿੱਤੀਆਂ ਜਾਣਗੀਆਂ। ਦੇਖੋ ਜੇ ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ ਪਰ ਚੇਤਾ ਹੈ। ਇੱਕ ਬੜਾ ਪਿਆਰਾ ਬਚਨ ਪੜ੍ਹਿਆ, ਜਿਸ ਨੇ ਇਹ ਲੇਖ ਲਿਖੇ ਹੁੰਦੇ ਨੇ, ਕਿ ਇਹ ਲੇਖ ਉਹਦੇ ਵਾਸਤੇ ਵੀ ਹੁੰਦੇ ਨੇ? ਤੇ ਸਿਆਣੇ ਕਹਿੰਦੇ ਨਹੀਂ, ਜਿਹੜੇ ਲੋਕ ਆਰਡਰ ਲਿਖਦੇ ਨੇ, ਆਦੇਸ਼ ਲਿਖਦੇ ਨੇ, ਇਹ ਆਦੇਸ਼ ਉਹ ਆਪਣੇ ਵਾਸਤੇ ਨਹੀਂ ਲਿਖਦਾ, ਆਪਣੇ ਤੋਂ ਹੇਠਲੇ ਲੋਕਾਂ ਵਾਸਤੇ ਹੀ ਆਦੇਸ਼ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਕਰਤੇ ਨੇ ਸਾਡੇ ਲਈ ਕੋਈ ਆਦੇਸ਼ ਹੁਕਮ ਲਿਖ ਦਿੱਤਾ ਹੈ, ਉਹ ਕਰਤੇ 'ਤੇ ਲਾਗੂ ਨਹੀਂ ਹੁੰਦਾ। ਜਦੋਂ ਚਾਹੇ ਉਸ ਆਦੇਸ਼ ਨੂੰ ਉਹ ਬਦਲ ਸਕਦਾ ਹੈ। ਇੱਕ ਨਿੱਕੀ ਜਿਹੀ ਲਾਈਨ ਹਰ ਆਦੇਸ਼ ਵਿੱਚ ਪਈ ਹੁੰਦੀ ਹੈ। ਜਿਸ ਨੇ ਆਦੇਸ਼ ਦਿੱਤਾ ਹੈ ਉਸ ਨੂੰ ਹੱਕ ਹੁੰਦਾ ਹੈ ਕਦੇ ਵੀ ਵਾਪਸ ਲੈ ਲੇ, ਆਪਣੇ ਦਿੱਤੇ ਆਦੇਸ਼ ਨੂੰ ਕਦੇ ਵੀ ਬਦਲ ਦੇਵੇ। ਅਤੇ ਇਸੇ ਤਰ੍ਹਾਂ ਜਦੋਂ ਸਾਡੇ ਸਾਰਿਆਂ ਲਈ ਆਦੇਸ਼ ਕਰਤੇ ਦਾ ਲਿਖਿਆ ਹੈ, ਵਿਜੋਗ ਦਾ, ਅਤੇ ਕਰਤੇ ਦੇ ਕੋਲ ਹੱਕ ਹੈ ਕਿ ਉਸ ਨੂੰ ਬਦਲ ਦੇਵੇ। ਅਸੀਂ ਤੁਸੀਂ ਨਹੀਂ ਬਦਲ ਸਕਦੇ, ਸਾਨੂੰ ਤਾਂ ਭੋਗਣਾ ਹੈ, ਸਾਨੂੰ ਤਾਂ ਉਸ ਆਦੇਸ਼ ਨੂੰ ਮੰਨਣਾ ਹੈ। ਪਰ ਜਿਸ ਨੇ ਜਿਨ ਇਹ ਲਿਖੇ
आपने पढ़िया होना, जिन एह लिखे तिस सिर नाहीं। जिसने आदेश लिखिया है, ये आदेश उहदे वास्ते नहीं है। सानू फिलासफी च समझाया जाता है कि मान लो किसी बहुत बड़े इंडस्ट्रीयल बंदे दे कोल बहुत बड़े मुकाम ने, 100-200 बंदा उहदा महत्वत मुलाजम है, वो एक दिन दफ्तर च आउंदा है, अपने मैनेजर नूं लिख के दे दिंदा, कल 8 वजे सारे मुलाजम मैनूं इत्थे हाज़र चाहिए ने। ठीक है, सारे मुलाजमां लई आदेश लिखिया गया, कल सवेरे 8 वजे तुसीं सारे हाज़र चाहिए हो। पर यह 8 वजे की पाबंदी उहदे लई नहीं है, जिसने लिखिया है, जिसकी बनतर है उहदे लई नहीं है। वो भावें 7 वजे आ जाए तो भावें 9 वजे आवे, ना आवे, उहदे लई नहीं है। हो सकता है 8 वजन तो 2 मिनट पहला आदेश कैंसल करते नहीं, अज छुट्टी करते ने, आदेश किया सी कल, अज कैंसल हो जाता है, क्योंकि जिसने लिखिया है उहदे वास्ते कोई आदेश नहीं। पर कोई मुलाजम उस आदेश नूं बदल नहीं सकता। मुलाजमां लई लाजमी करार है उस आदेश नूं मनना। साडे ते हुक्म लिखे ने, साडे लई लाजमी करार है आदेश मनना, असीं बदल ही नहीं सकते। सानू तो यही हुक्म है अंदर सब को, असां तो हुक्म ही मनना है। इज्जत ना मान लो, प्यार ना मान लो, नहीं तो मजबूरी च मन लो, मनना तो पैना है। हुक्म तो मालक दा अफसर दा मनना पैंदा, तो मनन दे दो ही तरीके ने, एक शौक ना मन लेंदे ने, एक मजबूरी च मान लेंदे ने। महाराज कहने लगे फिर कोई तो ऐसा तरीका होएगा, कहने लगे जिसने लिखिया ना सिर्फ उहदे को तरीका है, हक उहदे कोल है, इस करके वड भागी मेरा प्रभु मिले। वड्डे भागां दे सदके किसे कीते हुए शुभ कर्म दे नतीजन तैनूं प्रभु मिल जाए। मैं नहीं कहता, महाराज का बचन है, अपने पढ़िया। कदे कदे सियाणे मनुख मिलते ने, सानू गुरुमुख मिल जाते हैं, जिन्हां दी एक सलाह जीवन बदल देंदी है, जिन्हां दा एक उपदेश जीवन बदल देंदा। किदां मिलते हैं, क्यों मिलते हैं? पूर्व कर्म अंकुर जब प्रगटे। कदे कोई चंगा कर्म कीता है, कोई चंगा बीज पिया है, उहदे नतीजन तुहानूं कोई चंगा मनुख मिल गया, उहदा एक उपदेश, उहदी एक सलाह जिंदगी नूं बदल के रख गई। बस उन्हें इन्हें कि आ काम करो जां ये ना करो, इन्हें दे नाल जिंदगी बदल जाती है। और ये कीता है कर्म, फिर तुसां कीता है चंगे भाग होण किते पर गुरु मिलते ने, प्रभु मिलते ने। वड भागी मेरा प्रभु मिला है। जे वड्डे भागां दे नाल किते प्रभु मिल जाए तो फिर की हुंदा है, तां उतरे सब वियोग जिहड़े विछोड़े पे सन, दुख पे सन, वो मिट जाते हैं। क्योंकि संसार के सियाणे मनते हैं जितना दुख है ना, उन्हें दुखों विचों सारियां तो वड्डा दुख विछोड़े का हुंदा है, जिसकी खुलासा व्याख्या आपने कदे पढ़नी होवे तो एक बड़ा प्यारा बचन मल्हार दे विच आउंदा है, एक विछोड़ा, एक दुख भूख, एक दुख शक्तवार जमदूत, एक दुख रोग लगे तन थाए, वैद न भोले दारू लाए। उत्थे सब तो पहले नंबर का सब तो वड्डा दुख किहड़ा है? विछोड़ा। हुण अलग बात है कि विछोड़ा किहदा समझ आया, सानू परिवार का विछोड़ा समझ आया, परिवारक मंडलों च दुख है, अपने मित्रां तो अपने सज्जनां तो विछड़े आ तां दुख समझ आया, लोग अपने पिंडों विछड़ के दुखी हुंदे ने, लोग देश तो विछड़ के दुखी हुंदे ने। सरकारी पद्धर ते देश ने कड़ा क्यों दिता जाता है? ये देश तो विछड़ेगा, दुखी होकर रहेगा। तो चेता रखना, इस तरह आध्यात्मक जी कहता है, नहीं बाकी तो तू सब कुछ मैनू दिता है, पर मैं तेरे तो विछड़िया होया। भगत प्रभु के विछोड़े नूं स्वीकार कर लेंदा है। विछोड़े के लैवल अलग अलग ने, जितने को साड़ी मत बुद्ध तीक्ष्ण हो जाती, समझ बारीक हो जाती, उन्ना विछोड़ा समझ आ जाता है। दुख विछोड़े का ही है, तो विछोड़ा मिट जाता है जदों प्रभु मिल जाते हैं। कह लगे तां उतरे सब वियोग, इस करके बेनती करिए, नानक कहो प्रभ राख ले, हे सच्चे पातशाह तुसीं रख लो। गुरु पातशाह जी अपना नाम वरत के कहते हैं मैनू रख लो, तो जे गुरु पातशाह अपना ला कहते हैं तो असीं अपना आखी मैनू रख लो, बचा लो मेरे साहिब बंदी मोच। हे मेरे सच्चे साहिब तुसीं तां बंदी मोच हो, तुसीं तां दुख कट सकते हो, मुक्ति का दान दे सकते हो। साडे ते गुलामी के बंधन जिहड़े पए ने कर्मां दे, इस बंधनां नूं कट सकते हो, मोच कर सकते हो, तोड़ देंदे हो। तो मैनू किरपा करो ना,
ਕਰਮਾਂ ਦੇ ਚੱਕਰ ਤੋਂ ਮੁਕਤ ਕਰ ਦਿਓ। ਤੇ ਫਿਰ ਪਾਤਸ਼ਾਹ ਦੁਬਾਰਾ ਕਹਿੰਦੇ ਨੇ, ਭਾਈ ਕਤਕ ਹੋਵੇ ਸਾਧ ਸੰਗ। ਤਰੀਕਾ ਕੀ ਹੈ? ਜੇ ਜੀਵਨ ਵਿੱਚ ਸਾਧ ਸੰਗ ਹੋ ਜਾਏ ਤਾਂ ਫਿਰ ਕੀ ਹੋਏਗਾ? ਬਿਨ ਸਹਿ ਸਭੇ ਸੋਚ, ਤੇਰੀਆਂ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ। ਗੁਰਦੇਵ ਕਿਰਪਾ ਕਰਨ, ਜੀਵਨ ਸਾਨੂੰ ਮਿਲਿਆ ਹੋਇਆ, ਇਸ ਜੀਵਨ ਵਿੱਚ ਸਾਧ ਸੰਗਤ ਕਰਦੇ ਰਹੀਏ ਤੇ ਸਾਧ ਸੰਗਤ ਦੇ ਸਦਕੇ ਸਾਡੀਆਂ ਚਿੰਤਾਵਾਂ ਮਿਟ ਜਾਣ। ਤੇ ਸਭ ਤੋਂ ਵੱਡੀ ਚਿੰਤਾ ਕਾਹਦੀ ਹੈ? ਵਿਛੋੜੇ ਦੀ, ਦੁੱਖ ਦੀ, ਪਰੇਸ਼ਾਨੀ ਦੀ, ਸੰਤਾਪ ਦੀ। ਇਹ ਚਿੰਤਾ ਮਿਟ ਜਾਏ, ਇਤਨੇ ਕੁ ਬਚਨ ਪ੍ਰਵਾਨ ਕਰਨਾ। ਇਸੇ ਕਰਕੇ ਅੱਜ ਸੂਤਰਾਤਮਕ ਹੀ ਨਹੀਂ, ਅੱਜ ਬਹੁਤ ਵੱਡੇ ਵਿਸ਼ਲੇਸ਼ਣਾਤਮਕ ਮਹਾਰਾਜ ਨੇ ਬਚਨ ਕੀਤੇ। ਜੁਗ ਚਾਰੇ ਧਨ ਜੀ ਭਵੈ, ਬਿਨ ਸਤਿਗੁਰ ਸੁਹਾਗ ਨਾ ਹੋਈ। ਭਾਈ ਇਸ ਵਿਯੋਗ ਨੂੰ ਮਿਟਾਉਣ ਵਾਸਤੇ ਭਾਵੇਂ ਚਾਰੇ ਯੁੱਗ ਫਿਰਦੇ ਰਹੋ, ਗੁਰੂ ਤੋਂ ਬਿਨਾਂ ਵਿਯੋਗ ਨਹੀਂ ਮਿਟਣਾ। ਗੁਰਦੇਵ ਮਿਲ ਸਕਣ, ਇਤਨੇ ਕੁ ਬਚਨ ਪ੍ਰਵਾਨ ਕਰਨਾ। ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦਿਨੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਬੇਨਤੀ ਕਰਦੇ ਆ ਕਿ ਸ਼ਾਮ ਦੇ ਖੁੱਲ੍ਹੇ ਦੀਵਾਨ ਸਜਣੇ ਨੇ, ਜਿਸ ਵਿੱਚ ਸ਼ਾਮ ਦੇ ਦੀਵਾਨਾਂ 'ਚ ਉਚੇਚੇ ਤੌਰ 'ਤੇ 7:30 ਤੋਂ ਲੈ ਕੇ 8:30 ਤੱਕ ਭਾਈ ਜਸਵੀਰ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਕੀਰਤਨ ਵਾਸਤੇ ਪਹੁੰਚ ਰਹੇ ਨੇ। ਆਪ ਸਾਰਿਆਂ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਗੁਰੂ ਕੀ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਵਿਸਤ੍ਰਿਤ ਜਾਣਕਾਰੀ ਬਾਹਰ ਬੈਨਰਸ 'ਤੇ ਦਿੱਤੀ ਹੋਈ ਹੈ, ਆਪ ਨੇ ਪ੍ਰਾਪਤ ਕਰ ਲੈਣੀ ਜੀ। ਆਓ ਕੀਰਤਨ ਚਿੱਤ ਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ